ਵਾਹਿਗੁਰੂ 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 ਵਾਹਿਗੁਰੂ। ਗੁਰੂ ਜੀ ਦੀ ਸਾਜੀ ਨਵਾਜੀ, ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜੋ ਗੁਰਬਾਣੀ ਗੁਰੂ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ, ਸਾਰੀ ਗੁਰਬਾਣੀ ਗੁਰੂ ਇਹ ਵਿਚਾਰ ਹੈ ਬ੍ਰਹਮ ਦੀ। ਹੁਣ ਜਿਹੜਾ ਵੀ ਕੋਈ ਜੀਵ ਗੁਰਬਾਣੀ ਗੁਰੂ ਨੂੰ ਵਿਚਾਰਦਾ ਹੈ, ਬ੍ਰਹਮ ਦੀ ਵਿਚਾਰ ਕਰਦਾ ਹੈ, ਸਤਿਗੁਰੂ ਕਹਿੰਦੇ ਵੀ ਉਹਦੀ ਪਰਮ ਗਤੀ ਹੋ ਜਾਂਦੀ। ਉਹਨੂੰ ਜਿਹੜੀ ਅਵਸਥਾ, ਉਹ ਸਹਿਜ ਅਵਸਥਾ, ਉਹਦੀ ਉਹਨੂੰ ਪ੍ਰਾਪਤੀ ਹੋ ਜਾਂਦੀ। ਉਹ ਇਹ ਤ੍ਰੈ ਗੁਣਾਂ ਤੋਂ ਉੱਪਰ ਉੱਠ ਜਾਂਦਾ। ਮਹਾਰਾਜ ਫਰਮਾਉਂਦੇ ਨੇ, ਬ੍ਰਹਮ ਵਿਚਾਰ ਵਿਚਾਰੇ ਕੋਈ, ਨਾਨਕ ਦਾ ਕੀ ਪਰਮ ਗਤ ਹੋਈ। ਬਈ ਇਹ ਬ੍ਰਹਮ ਦੀ ਵਿਚਾਰ ਗੁਰਬਾਣੀ ਗੁਰੂ, ਇਹਨੂੰ ਵਿਚਾਰਦਾ ਕੋਈ ਵਿਰਲਾ ਹੀ ਹੈ। ਸਿਰਫ ਬਹੁਤੇ ਜੀਵ ਪੰਨ ਤੱਕ ਸੀਮਤ ਹੁੰਦੇ, ਵਿਚਾਰਦੇ ਨਹੀਂ। ਹੁਣ ਜਦੋਂ ਅਸੀਂ ਗੁਰਬਾਣੀ ਗੁਰੂ ਨੂੰ ਵਿਚਾਰਾਂਗੇ ਤੇ ਜਿਹੜਾ ਵੀ ਵਿਚਾਰੇਗਾ, ਮਹਾਰਾਜ ਕਹਿੰਦੇ ਨਾਨਕ ਤਾਂ ਕੀ ਪਰਮ ਗਤ ਹੋਈ। ਵੀ ਜਿਹੜਾ ਵੀ ਇਹ ਬ੍ਰਹਮ ਦੀ ਵਿਚਾਰ ਨੂੰ ਵਿਚਾਰੇਗਾ, ਪਰ ਵਿਚਾਰੇਗਾ ਕੋਈ ਵਿਰਲਾ ਹੀ। ਸ਼ਬਦਾਂ ਦੇ ਵਿੱਚ ਸਾਨੂੰ ਸਮਝਾਇਆ ਸਾਰਾ ਗਿਆ, ਗੁਰਬਾਣੀ ਗੁਰੂ ਵਿੱਚ ਭੇਦ ਸਾਰਾ ਦਿੱਤਾ ਗਿਆ, ਪਰ ਬੁੱਝਦਾ ਇਹਨੂੰ ਕੋਈ ਵਿਰਲਾ ਹੀ। ਮਹਾਰਾਜ ਫਰਮਾਉਂਦੇ, ਸ਼ਬਦਾਂ ਮਾਹੀ ਵਖਾਣੀਐ, ਬਿਰਲਾ ਤਾਂ ਬੁੱਝੇ ਕੋਈ। ਬਈ ਜੋ ਸਾਨੂੰ ਸ਼ਬਦਾਂ ਦੇ ਵਿੱਚ ਵਿਖਿਆਨ ਕੀਤਾ ਗਿਆ, ਸਾਨੂੰ ਭੇਦ ਦਿੱਤਾ ਗਿਆ ਸੱਚ ਦਾ, ਨਾਮ ਦਾ। ਬਈ ਸੱਚ ਕੀ ਹੈ? ਸਾਡਾ ਜੋ ਸਾਰਿਆਂ ਦਾ ਮੂਲ, ਸਾਡਾ ਮਾਤਾ ਪਿਤਾ। ਨਾਮ ਕੀ ਹੈ? ਕਿਵੇਂ ਅਸੀਂ ਨਾਮ ਦੇ ਨਾਲ ਜੁੜ ਸਕਦੇ? ਸਾਰਾ ਸਾਨੂੰ ਬ੍ਰਹਮ ਦਾ ਭੇਦ ਦਿੱਤਾ। ਬ੍ਰਹਮ ਕਹਿੰਦੇ ਸੱਚ ਨੂੰ, ਵਾਹਿਗੁਰੂ। ਹੁਣ ਜੇ ਅਸੀਂ ਇਹ ਬ੍ਰਹਮ ਦੀ ਵਿਚਾਰ ਕਰਾਂਗੇ ਤੇ ਸਾਡੀ ਪਰਮ ਗਤੀ ਹੋ ਜਾਏਗੀ, ਅਸੀਂ ਜੀਵਨ ਮੁਕਤ ਹੋ ਜਾਵਾਂਗੇ। ਗੁਰੂ ਸਾਹਿਬ ਵੀ ਬ੍ਰਹਮ ਦੀ ਵਿਚਾਰ ਕਰਦੇ,
ਜਦੋਂ ਸੰਸਾਰ ਦੇ ਵਿੱਚ ਆਈ ਸਾਨੂੰ ਜੀਵਾਂ ਨੂੰ ਸਮਝਾਉਣ ਵਾਸਤੇ। ਜਿੰਨੀ ਵੀ ਉਹ ਵਿਚਾਰ ਕਰਦੇ ਸਾਰੀ ਬ੍ਰਹਮ ਸੀ। ਜਿਹੜਾ ਵੀ ਜੀਵ ਹੈ ਬ੍ਰਹਮ ਦੀ ਵਿਚਾਰ ਨੂੰ ਸੁਣਦਾ ਧਿਆਨ ਦੇ ਨਾਲ ਤੇ ਸੁਣ ਕੇ ਮੰਨਦਾ ਕਮਾਉਂਦਾ, ਉਹ ਜੀਵਨ ਮੁਕਤ ਹੋ ਜਾਂਦਾ, ਉਹ ਭਵ ਸਾਗਰ ਤੋਂ ਪਾਰ ਹੋ ਜਾਂਦਾ। ਮਹਾਰਾਜ ਫਰਮਾਉਂਦੇ ਜਨ ਨਾਨਕ ਬੋਲੇ ਬ੍ਰਹਮ ਵਿਚਾਰ, ਜੋ ਸੁਣੇ ਕਮਾਵੇ ਸੋ ਤਰੇ ਪਾਰ। ਬਈ ਉਹ ਬ੍ਰਹਮ ਦੀ ਵਿਚਾਰ ਕਰਦੇ ਜਿਹੜਾ ਸੁਣਦਾ ਤੇ ਸੁਣ ਕੇ ਕਮਾਉਂਦਾ, ਉਹ ਪਾਰ ਹੋ ਜਾਂਦਾ। ਹੌਲੇ ਬ੍ਰਹਮ ਦਾ ਭੇਤ ਸਾਨੂੰ ਆਉਂਦਾ ਜਦੋਂ ਸਾਨੂੰ ਸਾਧ ਸੰਗਤ ਪ੍ਰਾਪਤ ਹੁੰਦੀ। ਜਿਨ੍ਹਾਂ ਗੁਰਮੁਖਾਂ ਨੂੰ ਸੰਗ ਹੋਇਆ ਸੰਤਾਂ ਦਾ ਸਾਧੂਆਂ ਦਾ, ਉਹਨਾਂ ਦੇ ਉੱਤੇ ਨਾਮ ਦਾ ਰੰਗ ਚੜ੍ਹਦਾ ਤੇ ਉਹ ਫਿਰ ਇਹ ਬ੍ਰਹਮ ਦੀ ਵਿਚਾਰ ਕਰਨ ਲੱਗ ਜਾਂਦੀ। ਮਹਾਰਾਜ ਫਰਮਾਉਂਦੇ ਜਿਨ ਕੋ ਸਾਧੂ ਸੰਗ ਨਾਮ ਹਰ ਰੰਗ, ਜਿਨ ਕੋ ਸਾਧੂ ਸੰਗ ਨਾਮ ਹਰ ਰੰਗ, ਤਿੰਨੀ ਬ੍ਰਹਮ ਵਿਚਾਰਿਆ ਜੀ। ਬਈ ਜਿਨ੍ਹਾਂ ਨੂੰ ਸਾਧੂ ਜਨਾਂ ਦਾ ਸੰਗ ਹੋਇਆ ਉਹ ਫਿਰ ਇਹ ਬ੍ਰਹਮ ਦੀ ਵਿਚਾਰ ਕਰਨ ਲੱਗ ਜਾਂਦੇ, ਕਿਉਂਕਿ ਸਾਧੂ ਜਨ ਆਪ ਬ੍ਰਹਮ ਦੀ ਵਿਚਾਰ ਕਰਦੇ, ਉਹ ਆਪਾਂ ਨੂੰ ਵੀ ਬ੍ਰਹਮ ਦੀ ਵਿਚਾਰ 'ਤੇ ਲਾ ਦਿੰਦੇ ਵੀ ਤੁਸੀਂ ਵੀ ਬ੍ਰਹਮ ਦੀ ਉਸਤਤ ਕਰੋ, ਵਡਿਆਈ ਕਰੋ, ਉਹਦੇ ਗੁਣ ਗਾਓ। ਹੁਣ ਜਿਨ੍ਹਾਂ ਦੀ ਫਿਰ ਇਹ ਦੁਬਿਧਾ ਖਤਮ ਹੋ ਗਈ, ਗੁਰੂ ਨੇ ਜਿਨ੍ਹਾਂ ਦੇ ਅੰਦਰੋਂ ਦੁਬਿਧਾ ਨੂੰ ਮਾਰ ਦਿੱਤਾ, ਫਿਰ ਉਹ ਇਹ ਬ੍ਰਹਮ ਦੀ ਵਿਚਾਰ ਕਰਦੀ। ਮਹਾਰਾਜ ਕਹਿੰਦੇ ਗੁਰ ਦੁਬਿਧਾ ਜਾ ਕੀ ਹੈ ਮਾਰੀ, ਕਹੋ ਨਾਨਕ ਸੋ ਬ੍ਰਹਮ ਵਿਚਾਰੀ। ਬਈ ਜਦੋਂ ਸਾਡੇ ਅੰਦਰੋਂ ਦੁਬਿਧਾ ਖਤਮ ਹੋਏਗੀ ਫਿਰ ਅਸੀਂ ਇਹ ਬ੍ਰਹਮ ਦੀ ਵਿਚਾਰ ਕਰਾਂਗੇ। ਜੇ ਸਾਡਾ ਮਨ ਦੁਬਿਧਾ 'ਚ, ਫਿਰ ਅਸੀਂ ਇਹ ਬ੍ਰਹਮ ਦੀ ਵਿਚਾਰ ਕਰ ਨਹੀਂ ਸਕਦੇ, ਕਿਉਂਕਿ ਉਹ ਮਨ ਤਾਂ ਦੁਬਿਧਾ 'ਚ ਲੱਗਿਆ ਹੋਇਆ। ਬ੍ਰਹਮ ਨੂੰ ਕਦੋਂ ਵਿਚਾਰਾਂਗੇ, ਕਦੋਂ ਉਹਦੀ ਵਿਚਾਰ ਕਰਾਂਗੇ। ਮਹਾਰਾਜ ਇਸ ਲਈ ਫਿਰ ਆਪਾਂ ਨੂੰ ਸਮਝਾਉਂਦੇ ਵੀ ਸਾਰੀ ਗੁਰਬਾਣੀ ਗੁਰੂ ਇਹ ਬ੍ਰਹਮ ਦਾ ਗਿਆਨ, ਬ੍ਰਹਮ ਦੀ ਵਿਚਾਰ। ਜਿਹੜਾ ਵੀ ਫਿਰ ਇਹ ਖੋਜ ਕਰਦਾ ਹੈ ਉਹ ਫਿਰ ਇਹ ਭਵ ਸਾਗਰ, ਸੰਸਾਰ ਸਾਗਰ ਤੋਂ ਪਾਰ ਲੰਘ ਜਾਂਦਾ। ਮਹਾਰਾਜ ਫਰਮਾਉਂਦੇ ਖਾਖਾ ਖੋਜ ਪਰੇ ਜੇ ਕੋਈ, ਜੋ ਖੋਜੇ ਸੋ ਵੈਰ ਨ ਹੋਈ। ਖੋਜਤ ਬੂਝਤ ਕਰਤ ਵਿਚਾਰਾ, ਤੋ ਭਵ ਜਲ ਤਰਤ ਨ ਲਾਵੇ ਬਾਰਾ। ਬਾਬਾ ਕਬੀਰ ਜੀ ਕਹਿੰਦੇ ਵੀ ਜਿਹੜਾ ਵੀ ਖੋਜਦਾ, ਖੋਜ ਕਰਦਾ ਨਾਮ ਦੀ, ਬ੍ਰਹਮ ਦੀ, ਫਿਰ ਉਹ ਇਹ ਖੋਜ ਕਰਕੇ ਉਹ ਵਿਚਾਰ ਕਰਦਾ ਤੇ ਉਹਨੂੰ ਫਿਰ ਭਵ ਸਾਗਰ ਪਾਰ ਕਰਨ ਲੱਗਿਆਂ ਦੇਰੀ ਨਹੀਂ ਲੱਗਦੀ। ਹੁਣ ਆਪਾਂ ਨੂੰ ਵੀ ਫਿਰ ਸੱਚੇ ਪਾਤਸ਼ਾਹ ਇਹੋ ਸਮਝਾਉਂਦੇ ਵੀ ਤੁਸੀਂ ਵਿਚਾਰ ਕਰੋ ਗੁਰਬਾਣੀ ਗੁਰੂ ਦੀ। ਇਹਦੇ 'ਤੇ ਤੁਸੀਂ ਵਾਰ-ਵਾਰ ਜਦੋਂ ਵਿਚਾਰ ਕਰੋਗੇ, ਸਮਝੋਗੇ ਤੇ ਸਾਨੂੰ ਸਮਝ ਲੱਗੇਗੀ ਇਹ ਸਾਰਾ ਇਹ ਮਾਲਕ ਦਾ ਆਪਣਾ ਹੀ ਪਸਾਰਾ ਹੈ, ਵੀ ਸਾਰੇ ਉਹਦਾ ਹੀ ਰੂਪ ਨੇ। ਮਹਾਰਾਜ ਕਹਿੰਦੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਇਹ ਸਾਰਾ ਮਾਲਕ ਦਾ ਹੀ ਇਹ ਆਪਣਾ ਪਸਾਰਾ ਹੈ, ਵੀ ਸਭਨਾਂ ਦੇ ਅੰਦਰ ਵੀ ਬ੍ਰਹਮ ਹੈ। ਇਹ ਬਾਹਰ ਵੀ ਚਾਰ ਛਪੇਰੇ ਬ੍ਰਹਮ ਹੀ ਬ੍ਰਹਮ ਹੈ, ਸੱਚ ਹੀ ਸੱਚ ਹੈ, ਪ੍ਰਕਾਸ਼ ਹੀ ਪ੍ਰਕਾਸ਼। ਸਾਨੂੰ ਕਹਿੰਦੇ ਵੀ ਤੁਸੀਂ ਕਿਸੇ ਨਾਲ ਵੈਰ ਵਿਰੋਧ ਨਾ ਕਰੋ, ਜੇ ਕਰੋਗੇ ਤੇ ਕਿਸ ਨਾਲ ਕਰੋਗੇ, ਸਭ ਦੇ ਅੰਦਰ ਤਾਂ ਉਹੀਓ ਬੈਠ। ਰਮਾਉਂਦੇ ਬਾਵਾ ਵੈਰ ਵਿਰੋਧ ਨ ਕਰੀਏ ਕਾਹੂ, ਘਟ ਘਟ ਅੰਤਰ ਬ੍ਰਹਮ ਸੰਭਾਹੂ। ਹੌਲੇ ਸਾਰਾ ਖੇਲ ਮਾਲਕ ਦਾ, ਜੇ ਕੋਈ ਭੁੱਲੇ ਹੈ ਭੁਲਾਉਣ ਵਾਲਾ ਵੀ ਉਹ ਆਪ ਹੀ। ਜੇ ਕਿਸੇ ਨੇ ਜਾਣ ਲਿਆ, ਜਿੰਨਾ ਕੁ ਜਾਣੇ ਹੈ
ਉਹ ਜਣਾਉਣ ਵਾਲਾ ਵੀ ਆਪ ਹੀ। ਮਹਾਰਾਜ ਕਹਿੰਦੇ ਜਿਸੇ ਜਣਾਵੇ ਸੋਈ ਜਨ ਜਾਣੇ। ਜੇ ਉਹ ਆਪ ਜਣਾਵੇ ਤੇ ਉਹਨੂੰ ਜੀਵ ਜਾਣ ਸਕਦਾ, ਜੇ ਉਹ ਭੁਲਾ ਦੇਵੇ ਤੇ ਫਿਰ ਕੋਈ ਵੀ ਨਹੀਂ ਜਣਾ ਸਕਦਾ। ਸਤਿਗੁਰੂ ਇਸ ਲਈ ਫਰਮਾਉਂਦੇ ਸਭ ਘਟ ਮੇਰੇ ਹੋ ਸਭਨਾ ਅੰਦਰ, ਜਿਸੇ ਖਵਾਈ ਤਿਸ ਕੌਣ ਕਹੇ, ਜਿਸੇ ਦਖਾਲਾਂ ਬਾਟੜੀ ਤਿਸੇ ਭੁਲਾਵੇ ਕੌਣ। ਮਹਾਰਾਜ ਕਹਿੰਦੇ ਵੀ ਇਹ ਸਾਰਾ ਮੇਰਾ ਆਪਣਾ ਖੇਲ ਹੈ। ਜਿੰਨੇ ਵੀ ਘਟ ਸਰੀਰ ਨੇ ਇਹ ਸਾਰੇ ਮੇਰੇ ਹੀ ਨੇ। ਇਹ ਮੈਂ ਆਪਦੇ ਰਹਿਣ ਵਾਸਤੇ ਘਰ ਬਣਾਏ ਹੋਏ ਨੇ। ਇਹਨੂੰ ਹਰਮੰਦਰ ਕਹਿੰਦੇ। ਇਹ ਜਗਤ ਨੂੰ ਵੀ ਹਰਮੰਦਰ ਕਹਿੰਦੇ। ਇਹ ਜਿਹੜਾ ਸਰੀਰ ਹੈ ਸਰੀਰ ਨੂੰ ਵੀ ਹਰਮੰਦਰ ਕਹਿੰਦੇ। ਹਰਮੰਦਰ ਇਹੋ ਸਰੀਰ ਹੈ। ਗਿਆਨ ਰਤਨ ਪ੍ਰਗਟ ਹੋਏ, ਹਰ ਮੰਦਰ ਮੇ ਹਰ ਵਸੇ, ਸਰਬ ਨਿਰੰਤਰ ਸੋਏ। ਵੀ ਇਹ ਜੋ ਅਸੀਂ ਬਾਹਰ ਦੇਖਦੇ ਖਾਲੀ ਖੱਲਾ ਧਰਤੀ ਤੋਂ ਸਮਾਨ ਤੱਕ, ਇਹਨੂੰ ਹਰੀ ਦਾ ਮੰਦਰ ਆਖਿਆ। ਹਰ ਮੰਦਰ ਇਹੋ ਜਗਤ ਹੈ। ਗੁਰਬਿਨ ਘੋਰ ਅੰਧਾਰ, ਦੂਜਾ ਭਾਉ ਕਰ ਪੂਜਦੇ ਮਨ ਮਕੰਦ ਗਵਾਰ। ਬਈ ਜਿਨ੍ਹਾਂ ਨੂੰ ਤਾਂ ਨਹੀਂ ਭੇਦ, ਜਿਨ੍ਹਾਂ ਨੇ ਨਹੀਂ ਸੋਝੀ ਲਈ, ਨਹੀਂ ਬ੍ਰਹਮ ਦੀ ਵਿਚਾਰ ਕੀਤੀ, ਨਹੀਂ ਸਤਸੰਗਤ ਕੀਤੀ, ਉਹਨਾਂ ਲਈ ਤਾਂ ਹਨੇਰਾ ਹੀ ਹਨੇਰਾ। ਅਤੇ ਜਿਨ੍ਹਾਂ ਨੇ ਵਿਚਾਰ ਕੀਤੀ ਉਹਨਾਂ ਨੂੰ ਭੇਤ ਖੁੱਲ੍ਹਾ ਵੀ ਇਹ ਤਾਂ ਹਰੀ ਦਾ ਮੰਦਰ ਹੀ ਜਗਤ। ਮਹਾਰਾਜ ਕਹਿੰਦੇ ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਵੀ ਇਹਨੂੰ ਸੱਚਖੰਡ ਕਹਿੰਦੇ। ਜੋ ਆਪਾਂ ਧਰਤੀ ਤੋਂ ਸਮਾਨ ਤੱਕ ਖਾਲੀ ਖਿਲਾ ਦੇਖਦੇ ਹਾਂ, ਇਹਨੂੰ ਗੁਰੂ ਨਾਨਕ ਦੇ ਘਰ ਨੇ ਸੱਚਖੰਡ ਦਾ ਨਾਮ ਦਿੱਤਾ। ਸੱਚਖੰਡ ਦੇ ਵਿੱਚ ਵਾਸਾ ਕਿਹਦਾ? ਨਿਰੰਕਾਰ ਦਾ, ਵਾਹਿਗੁਰੂ ਦਾ, ਬ੍ਰਹਮ ਦਾ। ਹੁਣ ਅਸੀਂ ਸਾਰੇ ਜੀਵ ਇਹਦੇ ਵਿੱਚ ਹੀ ਰਹਿੰਦੇ। ਜਿੰਨੀ ਵੀ ਸ੍ਰਿਸ਼ਟੀ ਮਾਲਕ ਨੇ ਪੈਦਾ ਕੀਤੀ ਹੈ ਸਾਰੇ ਉਹਦੇ ਵਿੱਚ ਹੀ ਨੇ ਅਤੇ ਸਾਰੇ ਉਹਦੀ ਨਜ਼ਰ ਹੇਠ ਨੇ। ਕੋਈ ਵੀ ਉਹਦੀ ਨਜ਼ਰ ਤੋਂ ਬਾਹਰ ਨਹੀਂ। ਮਹਾਰਾਜ ਫਰਮਾਉਂਦੇ ਸਭ ਨਜ਼ਰੀ ਅੰਦਰ ਰੱਖਦਾ, ਜੇਤੀ ਸ੍ਰਿਸ਼ਟ ਸਭ ਕੀਤੀ। ਬਈ ਜਿੰਨੀ ਵੀ ਸ੍ਰਿਸ਼ਟੀ ਮਾਲਕ ਨੇ ਪੈਦਾ ਕੀਤੀ ਹੈ ਸਾਰੇ ਉਹਦੀ ਨਜ਼ਰ ਹੇਠ ਤੇ ਸਭਨਾਂ ਨੂੰ ਜੀਵਨ ਦਾਨ ਦੇ ਕੇ, ਸਵਾਸ ਦੇ ਕੇ ਉਹ ਜਿਉਂਦਾ ਰੱਖ, ਸਭਨਾਂ ਦੀ ਪਾਲਣਾ ਪੋਸ਼ਣ ਕਰਦਾ। ਹੁਣ ਆਪਾਂ ਨੂੰ ਫਿਰ ਇਸ ਲਈ ਗੁਰੂ ਨਾਨਕ ਪਾਤਸ਼ਾਹ ਰੋਜ਼ ਸਮਝਾਉਂਦੇ ਵੀ ਸੱਚਖੰਡ ਦੇ ਵਿੱਚ ਵਾਸਾ ਨਿਰੰਕਾਰ ਦਾ, ਅਤੇ ਸਾਨੂੰ ਸਾਰੇ ਜੀਵਾਂ ਨੂੰ ਉਹ ਦੇਖ ਰਿਹਾ, ਸਾਡੀ ਪਾਲਣਾ ਪੋਸ਼ਣ ਕਰ ਰਿਹਾ। ਫਰਮਾਉਂਦੇ ਨੇ ਸੱਚਖੰਡ ਵਸੇ ਨਿਰੰਕਾਰ, ਘਰ ਘਰ ਵੇਖੇ ਨਦਰ ਨਿਹਾਲ। ਵੀ ਸਾਨੂੰ ਸਾਰੇ ਜੀਵਾਂ ਨੂੰ ਉਹ ਦੇਖਦਾ। ਅਸੀਂ ਉਹਦੇ ਵਿੱਚ ਹੀ ਤੁਰਦੇ ਫਿਰਦੇ, ਵਿੱਚ ਹੀ ਕੰਮ ਕਾਰ ਕਰਦੇ, ਚੱਲਦੇ ਫਿਰਦੇ। ਹੁਣ ਆਪਾਂ ਨੂੰ ਫਿਰ ਸਮਝਾਉਂਦੇ ਵੀ ਇਹ ਸਾਰਾ ਮੇਰਾ ਆਪਣਾ ਖੇਲ। ਨਿਰਗੁਣ ਤੋਂ ਮੈਂ ਆਪਣਾ ਸਰਗਨ ਰੂਪ ਪ੍ਰਗਟ ਕੀਤਾ। ਖਾਲੀ ਖਿਲਾ ਨੂੰ ਨਿਰਗੁਣ ਕਹਿੰਦੇ। ਜਿਹੜਾ ਇਹ ਸਰੀਰ ਹੈ ਆਕਾਰ, ਇਹਨੂੰ ਸਰਗੁਣ ਕਹਿੰਦੇ। ਅਤੇ ਮਹਾਰਾਜ ਫਰਮਾਉਂਦੇ ਸਰਗੁਣ ਨਿਰਗੁਣ ਨਿਰੰਕਾਰ, ਸੋਨ ਸਮਾਧੀ ਆਪ ਆਪਨ ਕੀਆ ਨਾਨਕ, ਆਪੇ ਹੀ ਫਿਰ ਜਾਪ। ਬਈ ਇਹ ਨਿਰੰਕਾਰ ਤੋਂ ਮੈਂ ਆਪਣਾ ਆਕਾਰ ਜਿਹੜਾ ਸਰਗਨ ਰੂਪ ਉਹ ਪ੍ਰਗਟ ਕੀਤਾ। ਨਿਰੰਕਾਰ ਆਕਾਰ ਹੈ ਆਪੇ। ਬਈ ਨਿਰੰਕਾਰ ਆਪ ਹੀ ਆਪਣਾ ਸਰਗਨ ਰੂਪ ਪ੍ਰਗਟ ਕਰ ਆਕਾਰ ਦੇ ਵਿੱਚ। ਹੁਣ ਆਪਾਂ ਨੂੰ ਤਾਈਓ ਫਿਰ ਸਮਝਾਉਂਦੇ ਵੀ ਜਿੰਨੇ ਵੀ ਘਟ ਸਰੀਰ ਨੇ ਇਹ ਸਾਰੇ ਮੇਰੇ ਨੇ, ਅਤੇ ਮੈਂ ਸਭਨਾਂ ਦੇ ਅੰਦਰ ਵਸਦਾ। ਬਈ ਇਹ ਆਪਦੇ ਮੈਂ ਰਹਿਣ ਵਾਸਤੇ ਇਹ ਘਰ ਬਣਾਏ ਨੇ। ਇਹਨੂੰ ਹਰਮੰਦਰ ਕਹਿੰਦੇ ਸਰੀਰ ਨੂੰ। ਹੌੜੇ ਭੇਦ ਸਾਨੂੰ ਫੇਰ ਆਉਂਦਾ ਜਦੋਂ ਅਸੀਂ ਵਿਚਾਰ ਕਰਦੇ
ਜਦੋਂ ਸਾਨੂੰ ਇਹ ਗਿਆਨ ਹੁੰਦਾ, ਸੋਝੀ ਆਉਂਦੀ, ਅਸੀਂ ਗੁਰੂ ਦੀ ਮੱਤ ਲੈਂਦੇ, ਫਿਰ ਪਤਾ ਲੱਗਦਾ ਵੀ ਇਹ ਹਰੀ ਦਾ ਮੰਦਰ। ਮਹਾਰਾਜ ਕਹਿੰਦੇ ਹਰਮੰਦਰ ਇਹੋ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਈ। ਵੀ ਜੇ ਤਾਂ ਗਿਆਨ ਰਤਨ ਹੈ ਫਿਰ ਤਾਂ ਸਾਨੂੰ ਭੇਦ ਖੁੱਲ੍ਹਦਾ ਵੀ ਹਰੀ ਦਾ ਮੰਦਰ। ਜੇ ਹੁਣ ਅਸੀਂ ਨਹੀਂ ਗੁਰੂ ਦੀ ਮੱਤ ਲੈਂਦੇ, ਨਹੀਂ ਅਸੀਂ ਬ੍ਰਹਮ ਦੀ ਵਿਚਾਰ ਕਰਦੇ, ਫਿਰ ਜੀਵ ਕਹਿੰਦਾ ਵੀ ਇਹ ਤਾਂ ਹੋ ਹੀ ਨਹੀਂ ਸਕਦਾ। ਮਨਮੁਖ ਕਹਿੰਦਾ ਵੀ ਇਹ ਕਿਵੇਂ ਹੋ ਸਕਦਾ ਵੀ ਇਹ ਪਰਮਾਤਮਾ ਦਾ ਰੂਪ ਹੋਵੇ, ਵੀ ਇਹ ਹਰੀ ਦਾ ਮੰਦਰ ਹੋਵੇ। ਉਹ ਮੰਨਦਾ ਹੀ ਨਹੀਂ। ਮਹਾਰਾਜ ਕਹਿੰਦੇ ਮਨਮੁਖ ਮੂਲ ਨਾ ਜਾਣਨੀ, ਮਾਨਸ ਹਰਮੰਦਰ ਨਾ ਹੋਈ। ਬਈ ਮਨਮੁਖ ਮੂਲ ਤੋਂ ਭੁੱਲਿਆ ਹੋਏ, ਉਹ ਨਹੀਂ ਮੰਨਦਾ ਵੀ ਇਹ ਹਰੀ ਦਾ ਮੰਦਰ। ਕਿਉਂ ਨਹੀਂ ਮੰਨਦਾ? ਕਿਉਂਕਿ ਉਹਨੂੰ ਭੁਲਾਇਆ ਹੋਏ। ਹੁਣ ਜਿਨ੍ਹਾਂ ਨੂੰ ਜਣਾ ਦਿੱਤਾ ਉਹਨਾਂ ਨੇ ਸਮਝ ਲਿਆ ਵੀ ਇਹ ਹਰੀ ਦਾ ਮੰਦਰ ਹੈ, ਇਹਦੇ ਵਿੱਚ ਮਾਲਕ ਆਪ ਬੋਲ ਰਹੀ, ਉਹ ਆਪ ਕਥਾ ਕਰ ਰਿਹਾ, ਉਹ ਆਪ ਕੀਰਤਨ ਕਰ ਰਹੀ ਹਰਮੰਦਰ ਦੇ ਵਿੱਚ। ਮਹਾਰਾਜ ਤਾਂਹੀਓ ਸਾਨੂੰ ਰੋਜ਼ ਸਮਝਾਉਂਦੇ ਗੁਰੂ ਅਮਰਦਾਸ ਜੀ, ਮਨ ਚਾਉ ਭਇਆ ਪ੍ਰਭ ਅਗੰਮ ਸੁਣਿਆ, ਹਰ ਮੰਗਲ ਗਾਓ ਸਖੀ ਗਰੇ ਮੰਦਰ ਬਣੇ। ਵੀ ਇਹ ਜਿਹੜਾ ਸਰੀਰ ਹੈ ਹਰੀ ਦਾ ਮੰਦਰ, ਇਹਦੇ ਵਿੱਚ ਮਾਲਕ ਆਪ ਬੋਲਦਾ, ਆਪ ਵਸਤ, ਉਹ ਆਪ ਸਾਡੇ ਅੰਦਰ ਕਥਾ ਕਰ ਰਹੇ, ਉਹ ਆਪ ਸਾਡੇ ਅੰਦਰ ਕੀਰਤਨ ਕਰ ਰਹੇ। ਹੁਣ ਜਿਨ੍ਹਾਂ ਨੂੰ ਤਾਂ ਇਹ ਭੇਦ ਖੁੱਲ੍ਹ ਗਿਆ, ਖੁੱਲ੍ਹਾ ਕਿਹਨਾਂ ਨੂੰ? ਜਿਨ੍ਹਾਂ ਨੂੰ ਮਾਲਕ ਨੇ ਆਪ ਜਨਾਇਆ, ਜਿਨ੍ਹਾਂ ਨੂੰ ਆਪ ਸੋਝੀ ਦਿੱਤੀ, ਆਪ ਭੇਦ ਦਿੱਤਾ। ਫਿਰ ਜਿਨ੍ਹਾਂ ਨੂੰ ਆਪਣਾ ਆਪ ਜਨਾਇਆ ਉਹਨਾਂ ਨੂੰ ਗੁਰਮੁਖ ਆਖੀ, ਫਿਰ ਉਹਨਾਂ ਦੀ ਡਿਊਟੀ ਲਾਉਂਦੀ ਵੀ ਤੁਸੀਂ ਹੁਣ ਅੱਗੇ ਸਮਝਾਓ, ਬਈ ਤੁਸੀਂ ਨਾਲ ਕਿਸੇ ਦੇ ਵੈਰ ਵਿਰੋਧ ਕਰੋ, ਵੀ ਇਹ ਸਾਰਾ ਮੇਰਾ ਆਪਣਾ ਖੇਲ ਹੈ, ਵੀ ਇਹ ਤ੍ਰੈ ਗੁਣ ਮਾਇਆ ਵੀ ਮਈਓ ਪ੍ਰਗਟ ਕੀਤੀ ਹੈ ਅਤੇ ਮੈਂ ਆਪ ਹੀ ਇਹ ਖੇਲ ਦੇ ਵਿੱਚ ਖੇਲ ਰਿਹਾ, ਸਾਰਾ ਮੇਰਾ ਆਪਣਾ ਹੀ ਖੇਲ। ਵੀ ਇਹਨਾਂ ਰੰਗਾਂ ਤੋਂ ਮੈਂ ਬਾਹਰ ਵੀ ਹਾਂ ਅਤੇ ਰੰਗਾਂ ਦੇ ਵਿੱਚ ਵੀ ਮੈਂ ਆਪਦਾ ਸਰਗਮ ਰੂਪ ਹੀ ਪ੍ਰਗਟ ਕੀਤਾ। ਹੁਣ ਜਣਾਉਂਦੇ ਉਹਨਾਂ ਨੂੰ ਜਿਨ੍ਹਾਂ ਦੇ ਪੂਰੇ ਪ੍ਰਸੰਨ ਹੁੰਦੇ। ਮਹਾਰਾਜ ਕਹਿੰਦੇ ਵੀ ਕਿਹਨਾਂ ਨੂੰ ਜਣਾਇਆ? ਫਿਰ ਉਹਨਾਂ ਨੇ ਆਪਾਂ ਨੂੰ ਦੱਸਿਆ, ਰੂਪ ਨਾ ਰੇਖ ਨਾ ਰੰਗ ਕਿਛ, ਤ੍ਰੈ ਗੁਣ ਤੇ ਪ੍ਰਭ ਭਿੰਨ, ਤਿਸੇ ਵਜਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਬਈ ਇਹ ਜਿਹੜੇ ਤ੍ਰੈ ਗੁਣ ਨੇ ਇਹਨਾਂ ਤੋਂ ਵੱਖਰਾ ਵੀ, ਜਿਵੇਂ ਇੱਕ ਤਾਂ ਹੈ ਨਿਰਗੁਣ, ਇੱਕ ਹੈ ਸਰਗੁਣ, ਇੱਕ ਨਿਰੰਕਾਰ ਕਹਿ ਦਿੱਤਾ। ਵੀ ਇਹ ਸਰਗੁਣ ਅਤੇ ਨਿਰਗੁਣ ਤੋਂ ਵੱਖਰਾ ਵੀ, ਜਿੱਥੇ ਪ੍ਰਕਾਸ਼ ਹੀ ਪ੍ਰਕਾਸ਼। ਹੁਣ ਮਹਾਰਾਜ ਕਹਿੰਦੇ ਵੀ ਜਿਵੇਂ ਇਹ ਸਰਗੁਣ ਹੈ, ਇਹ ਨਿਰਗੁਣ ਹੈ, ਅਤੇ ਵਿਚਾਲੇ ਇਹ ਤੋਂ ਵੱਖਰਾ ਵੀ। ਸਾਨੂੰ ਫਰਮਾਉਂਦੇ ਈਗੇ ਸਰਗੁਣ ਉਗੇ ਨਿਰਗੁਣ, ਕੇਲ ਕਰਤ ਵਿੱਚ ਸੁਆਮੀ ਮੋਰਾ। ਬਈ ਇਹ ਨਿਰਗੁਣ ਅਤੇ ਸਰਗੁਣ ਤੋਂ ਵੱਖਰਾ ਵੀ। ਹੁਣ ਆਪਾਂ ਨੂੰ ਫਿਰ ਇਸ ਲਈ ਸਮਝਾਉਂਦੇ ਵੀ ਇਹ ਜਿੰਨਾ ਵੀ ਪਸਾਰਾ ਹੈ, ਵੀ ਇਹ ਜਿੰਨਾ ਵੀ ਪਸਾਰਾ ਪਸਰਿਆ ਸਭ ਮਾਲਕ ਤੋਂ ਹੀ ਪਸਰਿਆ। ਪਤਾ ਨਹੀਂ ਕਿੰਨੀ ਕੁ ਵਾਰ ਇਹ ਇੱਕ ਤੋਂ ਅਨੇਕ ਰੂਪ ਵਿੱਚ ਪ੍ਰਗਟ ਹੋਈ, ਫਿਰ ਜਦੋਂ ਇੱਛਾ ਹੁੰਦੀ ਉਹਨਾਂ ਦੀ ਫਿਰ ਇੱਕ ਰੂਪ ਹੋ ਜਾਂਦੀ, ਜਦੋਂ ਫਿਰ ਇੱਛਾ ਹੁੰਦੀ ਫਿਰ ਪਸਾਰਾ ਪਸਾਰ ਲੈਂਦੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਾਂ ਨੂੰ ਇਸੇ ਪਰਥਾਈ ਫਰਮਾਉਂਦੇ, ਏਕ ਹੈ ਅਨੇਕ ਹੈ, ਅਨੇਕ ਹੈ ਫਿਰ ਏਕ ਹੈ। ਬਈ ਜਦੋਂ ਮਾਲਕ ਦੀ ਇੱਛਾ ਇੱਕ ਤੋਂ ਅਨੇਕ ਰੂਪ ਵਿੱਚ ਪ੍ਰਗਟ ਹੋ ਜਾਂਦੇ, ਜਦੋਂ ਫਿਰ ਇੱਛਾ ਹੁੰਦੀ ਵੀ ਖਤਮ ਕਰਨਾ, ਫਿਰ ਇੱਕ ਰੂਪ ਹੋ ਜਾਂਦੀ। ਹੌੜੇ ਕਿਵੇਂ ਫਿਰ ਪਸਾਰਾ ਹੁੰਦਾ, ਕਿਵੇਂ ਇੱਕ ਰੂਪ ਹੁੰਦੇ ਅਤੇ ਕਿਵੇਂ ਪਸਾਰਾ ਕਰਦੇ। ਜਿੰਨਾ ਵੀ ਇਹ ਪਸਾਰਾ ਚਾਹੇ ਉਤਪਤੀ ਹੁੰਦੀ ਚਾਹੇ ਪਰਲੋਂ ਆਉਂਦੀ, ਉਹ ਸ਼ਬਦ ਦੁਆਰਾ, ਨਾਮ ਦੁਆਰਾ।
ਮਹਾਰਾਜ ਕਹਿੰਦੇ ਉਤਪਤ ਪਰਲੋਂ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਪਤ ਹੋਵੇ। ਬਈ ਜਦੋਂ ਮਾਲਕ ਦੀ ਇੱਛਾ ਹੁੰਦੀ ਵੀ ਖੇਲ ਸ਼ੁਰੂ ਕਰਨਾ, ਬੋਲਦੇ ਉਹਨਾਂ ਦੇ ਮੁਖ ਤੋਂ ਜਿਹੜੀ ਆਵਾਜ਼ ਪ੍ਰਗਟ ਹੁੰਦੀ ਉਹਨੂੰ ਸ਼ਬਦ ਗੁਰੂ ਕਹਿੰਦੇ। ਸ਼ਬਦ ਤੋਂ ਨਾਮ ਤੋਂ ਸਾਰਾ ਪਸਾਰਾ ਹੋ ਜਾਂਦਾ। ਜੋ ਸਤਿਗੁਰੂ ਆਪਾਂ ਨੂੰ ਫਰਮਾਉਂਦੇ, ਕੀਤਾ ਪਸਾਓ ਇੱਕੋ ਕਵਾਓ, ਇਸ ਤੇ ਹੋਏ ਲੱਖ ਦਰਿਆਓ। ਬਈ ਜਦੋਂ ਮਾਲਕ ਬੋਲਦੇ ਉਹਨਾਂ ਦੇ ਮੁਖ ਦੀ ਜਿਹੜੀ ਆਵਾਜ਼ ਉਹ ਤੋਂ ਫਿਰ ਅੱਗੇ ਪਸਾਰਾ ਹੁੰਦਾ। ਜਦੋਂ ਉਹਨਾਂ ਨੇ ਖੇਲ ਬੰਦ ਕਰਨਾ ਹੁੰਦਾ, ਮੁੱਖ ਬੰਦ ਕਰ ਲੈਂਦੇ ਤੇ ਉਹ ਸਾਰਾ ਖੇਲ ਸਮਾਪਤ ਹੋ ਜਾਂਦਾ, ਫਿਰ ਇੱਕ ਰੂਪ ਹੋ ਜਾਂਦਾ। ਹੁਣ ਆਪਾਂ ਨੂੰ ਫਿਰ ਇਸ ਲਈ ਸਮਝਾਉਂਦੇ ਵੀ ਇਹ ਸਾਰਾ ਬ੍ਰਹਮ ਤੋਂ ਕਿਵੇਂ ਪਸਾਰਾ ਹੋਇਆ, ਕਿਵੇਂ ਬ੍ਰਹਮ ਪਸਰਿਆ। ਬ੍ਰਹਮੋਂ ਪਸਾਰਾ ਬ੍ਰਹਮ ਪਸਰਿਆ, ਸਭ ਬ੍ਰਹਮ ਦ੍ਰਿਸ਼ਟੀ ਆਇਆ। ਬਈ ਕਿਵੇਂ ਇਹ ਸਾਰਾ ਬ੍ਰਹਮ ਤੋਂ ਪਸਾਰਾ ਹੋਇਆ, ਕਿਵੇਂ ਪਸਰਿਆ, ਤੇ ਕਿਵੇਂ ਹੁਣ ਸਾਡੀ ਦ੍ਰਿਸ਼ਟੀ ਐਸੀ ਬਣੀ ਵੀ ਸਾਨੂੰ ਬ੍ਰਹਮ ਹੀ ਬ੍ਰਹਮ ਨਜ਼ਰ ਆਵੇ। ਸਭ ਬ੍ਰਹਮ ਦ੍ਰਿਸ਼ਟੀ ਆਇਆ। ਵੀ ਕਿਵੇਂ ਸਾਡੀ ਦ੍ਰਿਸ਼ਟੀ ਐਸੀ ਹੋਵੇ ਵੀ ਸਾਨੂੰ ਬ੍ਰਹਮ ਹੀ ਬ੍ਰਹਮ ਦਿਸੇ ਤੇ ਦੂਜਾ ਕੋਈ ਦਿਸੇ ਨਾ ਹੋਰ। ਹੁਣ ਉਹ ਤਾਂ ਹੀ ਹੋਏਗਾ ਜੇ ਸਾਨੂੰ ਆਪਣੇ ਅੰਦਰ ਬ੍ਰਹਮ ਨਜ਼ਰ ਆਏਗਾ। ਕਿਉਂਕਿ ਜਿਹੜੀ ਚੀਜ਼ ਸਾਡੇ ਅੰਦਰ ਹੁੰਦੀ, ਜੋ ਸਾਨੂੰ ਆਪਦੇ ਅੰਦਰ ਦਿਸਦਾ, ਉਹ ਸਾਨੂੰ ਬਾਹਰ ਦਿਖਾਈ ਦਿੰਦਾ। ਜਿਵੇਂ ਹੁਣ ਜੇ ਸਾਡਾ ਮਨ ਮੈਲਾ ਹੈ, ਸਾਡੇ ਮਨ ਨੂੰ ਆਰਸੀ ਕਹਿੰਦੇ, ਸ਼ੀਸ਼ਾ। ਜੇ ਹੁਣ ਸ਼ੀਸ਼ਾ ਮੈਲਾ ਹੈ ਤੇ ਜਿਵੇਂ ਆਪਾਂ ਬਾਹਰ ਸ਼ੀਸ਼ੇ ਦੇ ਵਿੱਚ ਦੇਖਦੇ ਹਾਂ, ਜਿੱਦਾਂ ਦੀ ਆਪਾਂ ਸ਼ਕਲ ਕਰਕੇ ਜਾਂ ਜਿੱਦਾਂ ਦੀ ਆਪਣੀ ਸ਼ਕਲ ਹੈ ਉੱਦਾਂ ਦੀ ਉਹ ਸ਼ੀਸ਼ਾ ਦਿਖਾ ਦੇ। ਜੇ ਆਪਾਂ ਵਿਗਾੜ ਕੇ ਦੇਖਾਂਗੇ, ਗੁੱਸੇ ਨਾਲ ਉਹ ਵਿਗੜੀ ਹੋਈ ਦਿਖਾਏਗਾ। ਜੇ ਆਪਾਂ ਹੱਸ ਕੇ ਦੇਖਾਂਗੇ, ਉਹ ਹੱਸਦੀ ਦਿਖਾ ਦੇ। ਔਰ ਇਸੇ ਤਰ੍ਹਾਂ ਹੀ ਇਹ ਸਾਡੇ ਮਨ ਦੀ ਅਵਸਥਾ ਹੈ। ਜੋ ਸਾਡੇ ਅੰਦਰ ਹੁੰਦਾ ਉਹ ਸਾਨੂੰ ਅੱਗੇ ਦਿਖਾਈ ਦਿੰਦਾ। ਮਹਾਰਾਜ ਕਹਿੰਦੇ, ਜਿਉ ਮਨ ਦੇਖੇ ਪਰ ਮਨ ਤੈਸਾ, ਜੈਸੀ ਮਨਸ਼ਾ ਤੈਸੀ ਦਸ਼ਾ। ਬਈ ਜੇ ਹੁਣ ਸਾਡੇ ਮਨ ਦਾ ਜਿਹੜਾ ਸ਼ੀਸ਼ਾ ਹੈ ਧੁੰਦਲਾ ਹੈ, ਜੇ ਹੁਣ ਸਾਡਾ ਮਨ ਮੈਲਾ ਹੈ ਤੇ ਫਿਰ ਸਾਨੂੰ ਅੱਗੇ ਮੈਲਾ ਹੀ ਦਿਸ। ਜਿਵੇਂ ਜਿਹੜਾ ਮਨ ਰੋਗੀ ਹੈ, ਰੋਗੀ ਦੇ ਭਾਣੇ ਸਭ ਰੋਗੀ ਨੇ, ਕਿਉਂਕਿ ਉਹ ਆਪ ਰੋਗੀ, ਉਹਨੂੰ ਸਾਰੇ ਰੋਗੀ ਨਜ਼ਰ ਆਉਂਦੇ। ਮਾਰੇ ਫਰਮਾਉਂਦੇ, ਰੋਗੀ ਕੇ ਭਾਣੇ ਸਭ ਰੋਗੀ। ਵੀ ਜਿਹੜਾ ਮਨ ਆਪ ਰੋਗੀ ਹੈ, ਰੋਗ ਕੀ ਨੇ? ਇਹ ਵੈਰ ਵਿਰੋਧ, ਈਰਖਾ, ਨਫ਼ਰਤ, ਨਿੰਦਿਆ, ਚੁਗਲੀ, ਹਉਮੈ, ਹੰਕਾਰ, ਇਹ ਸਭ ਸਾਡੇ ਮਨ ਨੂੰ ਰੋਗ ਲੱਗੇ ਨੇ। ਜਿਹਦੇ ਅੰਦਰ ਆਪਦੇ ਦੁਬਦਾ ਹੈ, ਜਿਹਦੇ ਅੰਦਰ ਆਪਦੇ ਵੈਰ ਵਿਰੋਧ, ਉਹਨੂੰ ਸਾਰੇ ਉਹੋ ਜਿਹੀ ਲੱਗਦੇ। ਕਿਉਂਕਿ ਉਹਦੇ ਅੰਦਰ ਆਪਦੇ ਦੁਬਦਾ, ਈਰਖਾ, ਨਫ਼ਰਤ ਹੋਣ ਕਰਕੇ ਉਹਨੂੰ ਸਭ ਉਹੋ ਜਿਹੀ ਦਿਸਦੀ। ਵੀ ਜੋ ਮੈਂ ਕਰਦਾ ਉਹੀਓ ਸਾਰੇ ਕਰਦੇ। ਹੁਣ ਉਹਦਾ ਮਨ ਆਪਦਾ ਰੋਗੀ ਹੈ ਤੇ ਉਹ ਰੋਗੀ ਦੇ ਭਾਣੇ ਸਭ ਰੋਗੀ, ਉਹਨੂੰ ਸਾਰੇ ਰੋਗੀ ਦਿਸ। ਜਿਹੜਾ ਮਨ ਆਪ ਸੁਖੀ ਹੈ, ਸੁਖੀ ਉਹੀਓ ਹੈ ਜਿਹੜਾ ਸਿਮਰਨ ਕਰਦਾ। ਜਿਹੜਾ ਸਿਮਰਨ ਨਹੀਂ ਕਰਦਾ ਉਹ ਸੁਖੀ ਨਹੀਂ ਹੈ। ਸੁਖੀ ਉਹੀ ਹੈ ਜਿਹੜਾ ਸਿਮਰਨ ਭਗਤੀ ਕਰਦਾ। ਮਹਾਰਾਜ ਕਹਿੰਦੇ, ਕਬੀਰ ਹਰਿ ਕਾ ਸਿਮਰਨ ਜੋ ਕਰੇ ਸੋ ਸੁਖੀਆ ਸੰਸਾਰ। ਹੁਣ ਜਿਹੜੇ ਸਿਮਰਨ ਕਰਦੇ, ਜਿਨ੍ਹਾਂ ਦਾ ਮਨ ਆਪਦਾ ਸੁਖੀ ਹੈ, ਉਹ ਸੁਖੀ ਨੂੰ ਸਾਰੇ ਸੁਖੀ ਨਜ਼ਰ ਆਉਂਦੇ, ਕਿਉਂਕਿ ਉਹਦੇ ਆਪਦੀ ਮਨ ਦੀ ਅਵਸਥਾ ਹੈ। ਉਹ ਆਪ ਸੁਖੀ ਹੋਣ ਕਰਕੇ ਉਹਨੂੰ ਲੱਗਦਾ ਵੀ ਸਭ ਸੁਖੀ ਵੀ ਨੇ। ਮਹਾਰਾਜ ਕਹਿੰਦੇ, ਸੁਖੀ ਕੋ ਪੇਖੇ ਸਭ ਸੁਖੀ ਹੈ। ਵੀ ਜਿਹੜਾ ਮਨ ਖੁਦ ਸੁਖੀ ਹੋ ਗਿਆ, ਉਹਨੂੰ ਜਦੋਂ ਦੇਖਦਾ ਉਹਨੂੰ ਸਭ ਸੌਖੀ ਨਜ਼ਰ ਆਉਂਦੀ, ਕਿਉਂਕਿ ਉਹਦੇ ਖੁਦ ਦੇ ਮਨ ਦੀ ਅਵਸਥਾ। ਜਿਹੜੇ ਮਨ ਦਾ ਆਪਦਾ ਭਰਮ ਖਤਮ ਹੋ ਗਿਆ, ਜਿਹਨੇ ਬ੍ਰਹਮ ਦੀ ਪਛਾਣ ਕਰ ਲਈ, ਸੱਚ ਦੀ, ਪਰਮਾਤਮਾ ਦੀ, ਜਿਹਨੇ ਆਪ ਜਾਣ ਲਿਆ,
ਉਹਨੂੰ ਲੱਗਦਾ ਵੀ ਕੋਈ ਭੁੱਲਾ ਹੀ ਨਹੀਂ ਹੋਇਆ, ਵੀ ਸਾਰੀ ਜਾਣਦੇ, ਕਿਉਂਕਿ ਉਹ ਆਪ ਜਾਣਦਾ ਤੇ ਉਹਨੂੰ ਲੱਗਦਾ ਵੀ ਸਾਰੀ ਜਾਣਦੇ, ਵੀ ਕੋਈ ਭੁੱਲਿਆ ਹੀ ਨਹੀਂ ਮਾਲਕ ਨੂੰ। ਮਹਾਰਾਜ ਕਹਿੰਦੇ ਮੇਰੇ ਮਨ ਜਿਨ ਆਪਣਾ ਭਰਮ ਗਵਾਤਾ, ਤੈਸ ਕੇ ਭਾਣੇ ਕੋਈ ਨਾ ਭੂਲਾ, ਜਿਨ ਸਗਲੋ ਬ੍ਰਹਮ ਪਛਾਤਾ। ਵੀ ਜਿਹੜੇ ਮਨ ਦਾ ਆਪਦਾ ਭਰਮ ਖਤਮ ਹੋ ਗਿਆ, ਉਹ ਜਿਹੜਾ ਆਪ ਜਾਣਦਾ ਉਹਦੇ ਭਾਣੇ ਕੋਈ ਭੁੱਲਿਆ ਹੀ ਨਹੀਂ। ਵੀ ਪਰਮਾਤਮਾ ਕਿਹੜਾ ਦੂਰ ਹੈ, ਉਹ ਤਾਂ ਸਾਡੇ ਅੰਦਰ ਵੀ ਤੇ ਬਾਹਰ ਵੀ ਚਾਰ ਛਪੇਰੇ ਮੌਜੂਦ। ਉਹ ਆਪ ਮਿਲਿਆ ਹੋਇਆ, ਉਹ ਆਪ ਜਾਣਦਾ ਤੇ ਉਹਨੂੰ ਲੱਗਦਾ ਸਾਰੀ ਜਾਣਦੀ। ਇਹ ਸਾਰੀ ਸਾਡੇ ਮਨ ਦੀ ਅਵਸਥਾ ਹੈ। ਜਦੋਂ ਅਸੀਂ ਆਪਦੇ ਅੰਦਰ ਬ੍ਰਹਮ ਨੂੰ ਦੇਖਾਂਗੇ, ਸਾਨੂੰ ਸਭਨਾਂ ਦੇ ਵਿੱਚ ਹੀ ਉਹ ਬ੍ਰਹਮ ਨਜ਼ਰ ਆਏਗਾ। ਜਿਹੜੀਆਂ ਵੀ ਜੀਵ ਮਾਲਕ ਨੇ ਪੈਦਾ ਕੀਤੇ ਚੌਂ ਖਾਣੀਆਂ 'ਚ, ਕੁਝ ਆਂਡਿਆਂ ਤੋਂ, ਕੁਝ ਜੀਰ ਤੋਂ, ਕੁਝ ਸੇਤਜ ਤੋਂ, ਕੁਝ ਉਤਪੁਜ ਤੋਂ, ਇਹ ਚਾਰ ਖਾਣੀਆਂ ਤੋਂ ਜੀਵ ਪੈਦਾ ਕੀਤੇ ਤੇ ਸਭਨਾਂ ਦੇ ਵਿੱਚ ਮਾਲਕ ਦੀ ਹੀ ਜੋਤ। ਮਾਰੇ ਫਰਮਾਉਂਦੇ ਅੰਡਜ ਜੀਰਜ ਸੇਤਜ ਉਤਪੁਜ ਸਭ ਤੇਰੇ ਕੀਤੇ ਜਨਤਾ। ਏਕ ਪੁਰਬ ਮੈਂ ਤੇਰਾ ਦੇਖਿਆ ਤੂੰ ਸਭਨਾ ਮਾਹੀ ਰਵੰਤ। ਵੀ ਤੂੰ ਸਭਨਾਂ ਦੇ ਵਿੱਚ ਹੀ ਰਮਿਆ ਹੋਏ, ਜਿਹਨੂੰ ਰਾਮ ਕਹਿੰਦੇ, ਵੀ ਸਾਰਿਆਂ ਦੇ ਵਿੱਚ ਹੀ ਰਮਿਆ ਹੋਇਆ ਰਾਮ। ਹੁਣ ਰਾਮ ਘਟ ਘਟ ਦੇ ਵਿੱਚ ਰਮੇ, ਵੀ ਐਸੀ ਕੋਈ ਥਾਂ ਨਹੀਂ ਜਿੱਥੇ ਰਾਮ ਵਾਹਿਗੁਰੂ ਨਹੀਂ ਹੈ, ਜਿੱਥੇ ਬ੍ਰਹਮ ਨਹੀਂ ਹੈ। ਹੁਣ ਉਹ ਸਾਨੂੰ ਘਟ ਘਟ ਦੇ ਵਿੱਚ ਦੀਂਦਾ ਕਿਉਂ ਨਹੀਂ? ਕਿਉਂਕਿ ਸਾਨੂੰ ਆਪਦੇ ਅੰਦਰ ਨਹੀਂ ਦਿਸਦਾ। ਜੇ ਸਾਨੂੰ ਆਪਦੇ ਅੰਦਰ ਦਿਸੇਗਾ ਕਿ ਸਾਡੇ ਅੰਦਰ ਬ੍ਰਹਮ ਹੈ, ਫਿਰ ਸਾਨੂੰ ਸਾਰਿਆਂ 'ਚ ਹੀ ਦਿਸੇਗਾ ਵੀ ਜਿਹੜਾ ਮੇਰੇ ਅੰਦਰ ਹੈ ਉਹੀ ਉਹ ਸਭਨਾਂ ਦੇ ਅੰਦਰ। ਤਾਈਓ ਭਗਤਾਂ ਨੇ ਜਿਨ੍ਹਾਂ ਨੇ ਆਪਦੇ ਅੰਦਰ ਦੇਖੀ ਹੈ, ਫਿਰ ਉਹਨਾਂ ਨੇ ਦੇਖ ਕੇ ਫਿਰ ਉਹਨਾਂ ਨੇ ਸਭਨਾਂ ਦੇ ਵਿੱਚ ਹੀ ਦੇਖ ਲਿਆ ਵੀ ਸਾਰਿਆਂ ਦੇ ਵਿੱਚ ਤੂੰ ਹੀ ਹੋ। ਤਾਈਓ ਉਹਨਾਂ ਨੇ ਦੇਖ ਕੇ ਫਿਰ ਆਖਿਆ ਨਾ ਵੀ ਸਾਰੇ ਗੋਬਿੰਦ ਹੀ ਨੇ, ਵੀ ਗੋਬਿੰਦ ਤੋਂ ਬਿਨਾਂ ਹੋਰ ਕੋਈ ਹੈ ਹੀ ਨਹੀਂ। ਹੌੜੇ ਉਹਨਾਂ ਦੇ ਮਨ ਦੀ ਅਵਸਥਾ ਆਪਦੀ, ਕਿਉਂਕਿ ਉਹ ਆਪ ਬ੍ਰਹਮ ਨੂੰ ਜਾਣਦੇ, ਉਹਨਾਂ ਦਾ ਆਪਦਾ ਭਰਮ ਖਤਮ ਹੋ ਗਿਆ ਤੇ ਇਸ ਕਰਕੇ ਉਹ ਸਭਨਾਂ ਦੇ ਵਿੱਚ ਹੀ ਦੇਖਦੇ। ਮਹਾਰਾਜ ਤਾਈਓ ਫਿਰ ਆਪਾਂ ਨੂੰ ਸਮਝਾਉਂਦੇ ਵੀ ਜਿਹੜਾ ਮਨ ਜਾਗ ਪਿਆ, ਜਿਹੜਾ ਮਨ ਨਾਮ ਦੇ ਨਾਲ ਜੁੜ ਗਿਆ, ਉਹਦੀ ਫਿਰ ਇਹ ਅਵਸਥਾ, ਉਹ ਕਿਸੇ ਦੇ ਨਾਲ ਵੀ ਵੈਰ ਵਿਰੋਧ ਨਹੀਂ ਕਰਦਾ। ਉਹ ਕਿਸੇ ਦੀ ਨਿੰਦਿਆ ਜਾਂ ਕਿਸੇ ਨਾਲ ਈਰਖਾ ਜਾਂ ਕਿਸੇ ਨਾਲ ਨਫ਼ਰਤ ਨਹੀਂ ਕਰਦਾ। ਉਹਦਾ ਹਮੇਸ਼ਾ ਸਤਿਕਾਰ ਹੀ ਕਰਦਾ, ਉਹਦਾ ਸੀਸ ਝੁਕਦਾ। ਸਾਹਮਣੇ ਨਿਰਗੁਣ ਮਾਲਕ ਜੋ ਸਵਾਸ ਦੇ ਰਹੇ, ਉਹ ਨਿਰਗੁਣ ਨੂੰ ਵੀ ਸੀਸ ਝੁਕਾਉਂਦਾ, ਫਤਿਹ ਬੁਲਾਉਂਦਾ ਹੈ। ਅਤੇ ਜਦੋਂ ਸਰਗੁਣ ਰੂਪ 'ਚ ਉਹ ਸਾਹਮਣੇ ਦੇਖਦਾ ਮਾਲਕ ਦਾ ਸਰਗੁਣ ਰੂਪ ਹੈ, ਉਹਨੂੰ ਵੀ ਸੀਸ ਝੁਕਾਉਂਦਾ ਅਤੇ ਉਹਨੂੰ ਵੀ ਫਤਿਹ ਬੁਲਾਉਂਦਾ। ਮਹਾਰਾਜ ਫਰਮਾਉਂਦੇ ਔਰ ਧਾਰੇ ਜੋ ਅੰਤਰ ਨਾਮ ਸਰਬ ਮੈਂ ਪੇਖੀ ਭਗਵਾਨ। ਨੈਮਖ ਨੈਮਖ ਠਾਕਰ ਨਮਸਕਾਰੀ ਨਾਨਕ ਅਪਰ ਸਗਲ ਨਿਸਤਾਰ। ਇਹ ਜਿਹੜਾ ਮਨ ਜਾਗ ਪਿਆ, ਜਿਹੜਾ ਮਨ ਨਿਰਮਲ ਹੋ ਗਿਆ, ਉਹ ਫਿਰ ਨਾ ਕਿਸੇ ਦੀ ਬੁਰਾਈ ਕਰੇ, ਨਾ ਉਹ ਕਿਸੇ ਨੂੰ ਮਾੜਾ ਆਖੇ। ਉਹਦਾ ਫਿਰ ਸਭਨਾਂ ਦੇ ਵਿੱਚ ਉਸ ਬ੍ਰਹਮ ਨੂੰ ਹੀ, ਮਾਲਕ ਨੂੰ ਹੀ ਦੇਖਦਾ ਅਤੇ ਉਹਦਾ ਸੀਸ ਝੁਕਦਾ ਮਾਲਕ। ਹੁਣ ਮਹਾਰਾਜ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਜੇ ਸਾਨੂੰ ਕੋਈ ਹੁਣ ਬੁਰਾ ਲੱਗਦਾ ਹੈ, ਦਰਅਸਲ ਬੁਰਾ ਉਹ ਨਹੀਂ ਹੈ, ਸਾਡਾ ਖੁਦ ਦਾ ਮਨ ਮੈਲਾ ਹੈ। ਜੇ ਹੁਣ ਸਾਡਾ ਮਨ ਮੈਲਾ ਹੈ, ਫਿਰ ਸਮਝੋ ਸਾਰਾ ਕੁਛ ਹੀ ਮੈਲਾ ਹੈ। ਕਿਉਂਕਿ ਮਹਾਰਾਜ ਕਹਿੰਦੇ ਮਨ ਮੈਲੇ ਤਾਂ ਸਭ ਕੁਛ ਮੈਲਾ। ਤਨ ਧੋਤੇ ਮਨ ਅੱਛਾ ਨਾ ਹੋਏ,
महाराज कहते भी जे साडा मन मैला है फिर समझो भी सारा कुछ ही मैला है, क्योंकि तन नूं धोण दे नाल साडा मन नहीं धोता जाता। हुण जिन्हां दा मन मैला बाहरी चाहे शरीर नूं असीं किन्ना भी सवार लईए किन्ना भी शंगार लईए, जे साडा मन मैला है फिर असी ये जीवन की बाजी नूं जुए च हार जाएंगे, फिर असी जीवन का लाहा नहीं खट सकांगे। महाराज ताइयों सानू समझाउंदे जियों मैले बाहरों निर्मल, बाहरों निर्मल जियों तां मैले तिन्नी जन्म जुए हारे। ये तृष्णा वड्डा रोग लगा मरण मनो विसारे। बई जे असी अंदरों तां मैले बाहरों शरीर नूं जिन्ना मर्जी चमकाई चलो, जिन्ना मर्जी सोहना लिबास बनाई चलो, जे साडा मन मैला अंदर दुबदा है तो फिर असी जीवन की बाजी नूं हार जांगे। सो इस वास्ते फिर आपां नूं समझाउंदे भी असी जिहड़ा शंगार है वो मालक नूं खुश करन वास्ते करना भी किमें साडा मालक नाल मिलाप होवे, किमें साडी सुरती जिहड़ी साडा मन वो शंगार करे। जो महाराज फरमाउंदे कि वो शंगार मिलन के ताईं भी असी जिहड़ा शंगार कीता भी अपने पति परमेश्वर नूं मिलन वास्ते, साडी सुरती दा साडे मन दा शंगार जेदा हुण मालक मिल पिया फिर तो समझ लो सारा कीता होया शंगार सी जिहड़ा प्रवान हो गया। जे साडे हिरदे विच वो मालक आके वस गया, सच वस गया, ब्रह्म वस गया, जे वो वसिया ही नहीं तो कीता हर शंगार सब व्यर्थ ही चला गया। महाराज कहंदे जेकर आवे कंत तो सब किछ पाइए, हरिया कांते वाज शंगार सब व्यर्था जाइए। बई जिहड़ा शंगार करना सी वो तो आपदे पति परमेश्वर नूं खुश करन वास्ते, बई इसे वास्ते आप सिमरन करते हैं, गुरबाणी गुरु नूं पढ़ते हैं, विचारते हैं, सेवा करते हैं भी ताकि असी आपदे पति परमेश्वर नूं भा जाइए ते वो साडे हिरदे च वस जे। जे हुण वो साडे हिरदे च तां आया ही नहीं तो फिर महाराज कहंदे भी काहदी खातर कीता, जिहदी खातर कीता सी वो तां आया ही नहीं। हुण आपां नूं फिर इसलिए समझाउंदे बई एक तां जीव शंगार करदा काल नूं खुश करन वास्ते, इन्हां पंजां दूतां नूं काम क्रोध लोभ मोह हंकार नूं खुश करन वास्ते। उदों जदों फिर जीव ने चोला पाया हुंदा रंग कि ये लोभ दा, इहने रंग चढ़ाया हुंदा मन दे उत्ते माया दा, ये काम दा, क्रोध दा, लोभ दा, हंकार दा, ये रंग चढ़िया हुंदा इहदे ते। जदों ये रंग चढ़े ने तो उदों पति नहीं आउंदा, परमेश्वर नहीं आउंदा साडे मन दी सीज दे उत्ते। महाराज कहंदे ये तन माया पाया लीतड़ा प्यारे लभ रंगाई, मेरे कंत ना भावे चोलड़ा प्यारे क्यों तन सीजे जाए। हुण जे असी चोला तो ये रंग के पाया होया भी फिके बोल बोलते माड़ा बोलते निंदिया करते हैं, दुविधा ईरखा नफरत की गल करते, फिर आखिए भी साडी रसना दे उत्ते मालक आके बोले तो वह कित्थों बोलेगा, रसना ते तां गंदगी है। क्योंकि जिथे सतगुर ने बैठना आके जिथे बोलना वो स्थान जे साफ होएगा तो फिर आके बोलणगे, फिर बैठणगे उत्थे आके। इसे तरह ही साडे नेत्र ने जिथे आके सतगुर ने बैठना साडे नेत्रां दा इस्तेमाल कर। जे साडी दृष्टि बकारी है, बकारां वाली है तो वो सतगुरु आके बैठणगे। महाराज इसलिए फिर आपां नूं समझाउंदे भी पहलां जिहड़ा असी ये चोला रंग के पाया हुंदा इन्हां नूं खुश करन वास्ते काल नूं
ਵੀ ਮੁਖ ਤੋਂ ਫਿੱਕੇ ਬੋਲ ਬੋਲਣੇ, ਅੱਖਾਂ ਦੁਆਰਾ ਮਾੜਾ ਦੇਖਣਾ, ਕੰਨਾਂ ਦੁਆਰਾ ਮਾੜਾ ਸੁਣਨਾ, ਅਤੇ ਉਦੋਂ ਮਾਲਕ ਨਹੀਂ ਆਉਂਦਾ। ਮਾਲਕ ਉਦੋਂ ਆਉਂਦਾ ਜਦੋਂ ਫਿਰ ਅਸੀਂ ਇਹਨਾਂ ਨੂੰ ਸ਼ੁੱਧ ਕਰ ਲੈਂਦੇ। ਹੁਣ ਜਦੋਂ ਆਪਾਂ ਇਹ ਸਿਮਰਨ ਕਰਦੇ ਹਾਂ ਰਸਨਾ ਦੁਆਰਾ, ਇਹ ਸਾਡੀ ਰਸਨਾ ਜਿਹੜੀ ਇਹ ਸੁੱਚੀ ਹੋ ਜਾਂਦੀ। ਨਾਮ ਕਹਿਤ ਗੋਬਿੰਦ ਕਾ ਸੁਚੀ ਭਈ ਰਸਨਾ, ਵੀ ਸਾਡੀ ਜਿਹੜੀ ਰਸਨਾ ਇਹਨੇ ਸੁੱਚੀ ਫੇਰ ਹੋਣਾ ਜਦੋਂ ਅਸੀਂ ਸਿਮਰਨ ਕਰਾਂਗੇ। ਜਿਹੜੇ ਜੀਵ ਸਿਮਰਨ ਨਹੀਂ ਕਰਦੇ ਉਹਨਾਂ ਦੀ ਰਸਨਾ ਸੁੱਚੀ ਨਹੀਂ ਹੈ, ਉਹ ਝੂਠੀ ਬੋਲਦੇ। ਕੀ ਹੋ ਗਏ, ਉਹਨਾਂ ਨੇ ਵੈਰ ਵਿਰੋਧ ਦੀ, ਈਰਖਾ ਨਫ਼ਰਤ ਦੀ ਗੱਲ ਕਰਨੀ, ਉਹਨੇ ਫਿੱਕੇ ਬੋਲ ਬੋਲਣ, ਅਤੇ ਉਹ ਰਸਨਾ ਨੂੰ ਫਿਰ ਤਾਈਓਂ ਕਹਿੰਦੇ ਵੀ ਜਿਹੜੀ ਰਸਨਾ ਨਾਮ ਨਹੀਂ ਜਪਦੀ ਪਰਮਾਤਮਾ ਦਾ, ਉਹ ਤੋਂ ਕਰਾਉਣਾ ਕੀ, ਉਹਨੂੰ ਤਾਂ ਥੋੜ੍ਹੀ ਥੋੜ੍ਹੀ ਕਰਕੇ ਕੱਟ ਹੀ ਦਿਓ। ਰਸਨਾ ਜਪੇ ਨਾ ਨਾਮ ਤਾਂ ਤਿਲ ਤਿਲ ਕਰ ਕੱਟੀਏ। ਜਿਹੜੀ ਰਸਨਾ ਮਾਲਕ ਦੇ ਗੁਣ ਗਾਉਂਦੀ, ਉਹਨੂੰ ਕਹਿੰਦੇ ਵੀ ਉਹ ਧੰਨ ਹੈ। ਸਾ ਰਸਨਾ ਧੰਨ ਧੰਨ ਹੈ ਮੇਰੀ ਜਿੰਦੜੀਏ, ਗੁਣ ਹਰ ਪ੍ਰਭ ਕੇਰੇ ਗਾਵੇ ਰਾਮ। ਵੀ ਇੱਕ ਤਾਂ ਰਸਨਾ ਉਹ ਧੰਨ ਹੋ ਗਈ ਜਿਹੜੀ ਮਾਲਕ ਦੇ ਗੁਣ ਗਾਉਂਦੀ, ਅਤੇ ਜਦੋਂ ਉਹ ਰਸਨਾ ਧੰਨ ਹੈ ਅਤੇ ਉਹ ਰਸਨਾ 'ਤੇ ਮਾਲਕ ਨੇ ਬੋਲਣਾ, ਉਹ ਰਸਨਾ 'ਤੇ ਆ ਕੇ ਸਤਿਗੁਰ ਨੇ ਬੋਲਣਾ। ਅਤੇ ਇਸੇ ਤਰ੍ਹਾਂ ਹੀ ਇਹ ਦ੍ਰਿਸ਼ਟੀ ਆਪਣੇ ਨੇਤਰ, ਜਦੋਂ ਅਸੀਂ ਘਰ ਬੈਠ ਜਾਂਦਾ ਮਨ ਸੱਚ, ਅਤੇ ਫਿਰ ਇਹ ਦ੍ਰਿਸ਼ਟੀ ਦਾ ਇਸਤੇਮਾਲ ਆਪ ਸਤਿਗੁਰੂ ਕਰਦੇ, ਇਹ ਮੁੱਖ ਦਾ ਇਸਤੇਮਾਲ ਆਪ ਕਰਦੇ। ਕਿੰਨਾਂ ਦਾ ਕਰਦੇ, ਜਿਹੜੇ ਸਹਿਜ ਦੇ ਵਿੱਚ ਬੈਠ ਕੇ, ਘਰ ਬੈਠ ਕੇ ਮਹਾਰਾਜ ਫਰਮਾਉਂਦੇ, ਸੁਨ ਸਹਿਜ ਮੇ ਰਿਹਾ ਸਮਾਏ, ਮਨ ਮਧੇ ਜਾਣੇ ਜੇ ਕੋਈ, ਜੋ ਬੋਲੇ ਸੋ ਆਪੇ ਹੋਏ। ਫਿਰ ਜੋ ਵੀ ਬੋਲਦੇ ਉਹ ਸਤਿਗੁਰੂ ਆਪ ਬੋਲਦੇ। ਉਹ ਜਿਹੜੇ ਵਚਨ ਹੁੰਦੇ ਫਿਰ ਉਹ ਅੰਮ੍ਰਿਤਮਈ ਵਚਨ ਹੁੰਦੇ। ਉਹ ਵਚਨਾਂ ਨੂੰ ਜਦੋਂ ਅਸੀਂ ਸੁਣਦੇ ਹਾਂ, ਉਹ ਵਚਨਾਂ ਦੀ ਧੂੜੀ ਸਾਡੇ ਮਨ ਦੇ ਉੱਤੇ ਪੈਂਦੀ ਅਤੇ ਸਾਡੇ ਜਨਮ ਮੰਤਰਾਂ ਦੀ ਮੈਲ ਲੈ ਜਾਂਦੀ ਉਹਦੇ ਨੂੰ। ਤਾਈਓ ਫਿਰ ਆਪਾਂ ਬੇਨਤੀਆਂ ਕਰਦੇ ਹਾਂ ਵੀ ਸਾਨੂੰ ਐਸੇ ਗੁਰਸਿੱਖਾਂ ਦੀ, ਐਸੇ ਸੰਤਾਂ ਦੀ, ਸਾਧੂਆਂ ਦੀ ਧੂੜੀ ਮਿਲ ਜੇ ਵੀ ਜਿਨ੍ਹਾਂ ਦੀ ਰਸਨਾ 'ਤੇ ਤੂੰ ਆਪ ਬੋਲਦਾ। ਮਹਾਰਾਜ ਕਹਿੰਦੇ, ਗੁਰਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਭੀਗਤ ਪਾਏ। ਵੀ ਐਸੇ ਗੁਰਸਿੱਖਾਂ ਦੀ ਸਾਨੂੰ ਧੂੜੀ ਮਿਲ ਜੇ, ਉਹਨਾਂ ਦੇ ਵਚਨ, ਤਾਂ ਅੱਗੇ ਜਿਹੜਾ ਸਾਡਾ ਮਨ ਪਾਪੀ ਹੋ ਗਿਆ, ਜਿਹੜਾ ਇਹਦੇ 'ਤੇ ਪਾਪਾਂ ਦੀ ਮੈਲ ਲੱਗ ਗਈ, ਅਤੇ ਉਹ ਸਾਡੇ ਪਾਪਾਂ ਦੀ ਮੈਲ ਉਤਰ ਜੀ। ਇਸੇ ਨੂੰ ਹੀ ਫਿਰ ਸਾਧੂਆਂ ਦੀ ਧੂੜੀ ਕਹਿੰਦੇ, ਬਚਨਾਂ ਨੂੰ। ਜੋ ਮਹਾਰਾਜ ਕਹਿੰਦੇ, ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਬਈ ਅਸੀਂ ਸਾਧੂਆਂ ਦੇ ਬਚਨਾਂ ਦੀ ਧੂੜੀ ਦੇ ਨਾਲ ਇਸ਼ਨਾਨ ਕਰਨ, ਸਾਡੇ ਮਨ ਦਾ ਇਸ਼ਨਾਨ ਹੋਣ। ਹੁਣ ਜਦੋਂ ਆਪਾਂ ਸਤ ਸੰਗਤ ਦੇ ਵਿੱਚ ਆਉਂਦੇ ਹਾਂ, ਗੁਰਬਾਣੀ ਗੁਰੂ ਦੀ ਵਿਚਾਰ ਕਰਦੇ, ਇਹਦੇ ਨਾਲ ਸਾਡੇ ਮਨ ਦਾ ਇਸ਼ਨਾਨ ਹੁੰਦਾ। ਸਾਡਾ ਮਨ ਅਤੇ ਮਨ ਦਾ ਜਿਹੜਾ ਸੂਖਮ ਤਨ ਹੈ, ਦੋਵੇਂ ਧੋਤੀ ਜਾਂਦੇ। ਮਹਾਰਾਜ ਫਰਮਾਉਂਦੇ, ਮਨ ਤਨ ਧੋਵੇ ਸ਼ਬਦ ਵਿਚਾਰੀ। ਵੀ ਜਦੋਂ ਅਸੀਂ ਸ਼ਬਦ ਦੀ ਵਿਚਾਰ ਕਰਾਂਗੇ ਜਾਂ ਅਸੀਂ ਸ਼ਬਦ ਦੀ ਵਿਚਾਰ ਨੂੰ ਸੁਣਾਂਗੇ, ਸਾਡਾ ਮਨ ਅਤੇ ਮਨ ਦਾ ਤਨ ਦੋਵੇਂ ਧੋਤੇ ਜਾਣ। ਜਦੋਂ ਮਨ ਧੋਤਾ ਗਿਆ, ਸਾਡੇ ਮਨ ਨੇ ਹਲਕਾ ਹੋ ਜਾਣ, ਇਹਦੇ ਤੋਂ ਮੈਲ ਉਤਰ ਜਾਂਦੀ। ਜਿਵੇਂ ਆਪਾਂ ਤਨ ਦਾ ਇਸ਼ਨਾਨ ਰੋਜ਼ ਕਰਦੇ ਹਾਂ, ਜੇ ਨਾ ਕਰੀਏ ਅਤੇ ਆਪਾਂ ਨੂੰ ਬੋਝ ਲੱਗਦਾ। ਹੁਣ ਇਸੇ ਤਰ੍ਹਾਂ ਹੀ ਜੇ ਅਸੀਂ ਮਨ ਦਾ ਇਸ਼ਨਾਨ ਨਾ ਕਰੀਏ, ਜਿਵੇਂ ਹੁਣ ਆਪਾਂ ਰੋਜ਼ ਸੰਗਤ ਕਰਦੇ ਹਾਂ, ਜੇ ਹੁਣ ਆਪਾਂ ਨਾ ਸੰਗਤ ਦੇ ਵਿੱਚ ਆਈਏ ਅਤੇ ਆਪਾਂ ਨੂੰ ਲੱਗਦਾ ਵੀ ਅੱਜ ਸਾਡਾ ਕੁਛ ਰਹਿ ਗਿਆ, ਕਿਉਂਕਿ ਜੇ ਨਹੀਂ ਇਸ਼ਨਾਨ ਹੋਇਆ ਤਾਂ ਮਨ ਦੀ ਮੈਲ ਰਹਿਣੀ, ਮਨ ਦੀ ਮੈਲ ਉਤਰਨੀ। ਉਹ ਮੈਲ ਹੈ ਜਿਹੜੀ, ਉਹ ਮੈਲ ਹੀ ਦੁੱਖ ਹੈ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਤਿਗੁਰਾਂ ਨੇ ਆਖਿਆ ਵੀ ਅਸੀਂ ਰੋਜ਼ ਸਤ ਸੰਗਤ ਕਰਨੀ, ਰੋਜ਼ ਸਿਮਰਨ ਕਰਨਾ, ਤਾਂ ਕਿ
ਇਹ ਰੋਜ਼ ਦੀ ਰੋਜ਼ ਦਾ ਖੇਲ ਹੈ ਵੀ ਜਦੋਂ ਅਸੀਂ ਇੱਥੋਂ ਵਾਪਸ ਜਾਣਾ ਸਾਡੇ 'ਤੇ ਮੈਲ ਲੱਗੀ ਨਾ ਰਹੇ ਜੀ। ਵੀ ਅਸੀਂ ਜਿਹੜਾ ਇੱਥੇ ਜੋ ਵੀ ਕਰਮ ਕੀਤਾ ਇੱਥੇ ਮੈਲ ਲਾ ਕੇ ਸਾਰੀ ਫਿਰ ਅਸੀਂ ਇੱਥੋਂ ਜਾਣਾ ਆਪਦੇ ਦੇਸ਼। ਜੇ ਮੈਲ ਲੱਗੀ ਰਹੀ ਉਹ ਮੈਲ ਸਾਨੂੰ ਜਾਣ ਨਹੀਂ ਦੇਗੀ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਮਨ ਦੀ ਮੈਲ ਨੂੰ ਲਾਉਣ ਵਾਸਤੇ ਫਿਰ ਇਹ ਸਿਮਰਨ ਹੈ ਅਤੇ ਨਾਲ ਨਾਲ ਇਹ ਬ੍ਰਹਮ ਦੀ ਵਿਚਾਰ ਹੈ। ਜਦੋਂ ਅਸੀਂ ਬ੍ਰਹਮ ਦੀ ਵਿਚਾਰ ਕਰਦੇ ਇਹਦੇ ਨਾਲ ਫਿਰ ਸਾਡਾ ਜਿਹੜਾ ਮਨ ਹੈ ਇਹ ਤ੍ਰੈ ਗੁਣਾਂ ਤੋਂ ਉੱਪਰ ਉੱਠ ਜਾਂਦਾ, ਇਹ ਸਹਿਜ ਅਵਸਥਾ ਦੇ ਵਿੱਚ ਆ ਜਾਂਦਾ, ਇਹ ਚੌਥੇ ਪਦ ਦੇ ਵਿੱਚ ਚਲਾ ਜਾਂਦਾ। ਮਹਾਰਾਜ ਤਾਂਹੀਓ ਫਿਰ ਸਾਨੂੰ ਸਮਝਾਉਂਦੇ ਵੀ ਇਹ ਜੋ ਗੁਰਬਾਣੀ ਗੁਰੂ ਬ੍ਰਹਮ ਦੀ ਵਿਚਾਰ ਹੈ ਵੀ ਇਹਨੂੰ ਵਿਚਾਰਦਾ ਕੋਈ ਵਿਰਲਾ ਹੈ, ਪਰ ਜਿਹੜਾ ਵਿਚਾਰਦਾ ਉਹਦੀ ਪਰਮ ਗਤੀ ਹੋ ਜਾਂਦੀ। ਫਰਮਾਉਂਦੇ ਬ੍ਰਹਮ ਵਿਚਾਰ ਵਿਚਾਰੇ ਕੋਈ, ਨਾਨਕ ਤਾਂ ਕੀ ਪਰਮ ਗਤ ਹੋਈ, ਉਹਦੀ ਪਰਮ ਗਤੀ ਹੋ ਜਾਣ। ਹੁਣ ਜਦੋਂ ਅਸੀਂ ਗੁਰਬਾਣੀ ਗੁਰੂ ਦੀ ਵਿਚਾਰ ਕਰਾਂਗੇ ਅਤੇ ਫਿਰ ਸਾਨੂੰ ਭੇਤ ਖੋਲ੍ਹਣਾ, ਫਿਰ ਸਾਡੇ ਮਨ ਨੇ ਨਿਰਮਲ ਹੋਣਾ ਅਤੇ ਸਾਡੀ ਮੈਲ ਉਤਰਨ। ਤਾਂਹੀਓ ਮਹਾਰਾਜ ਕਹਿੰਦੇ ਵੀ ਸਾਰੀ ਗੁਰਬਾਣੀ ਗੁਰੂ ਵਿੱਚ ਅੰਮ੍ਰਿਤ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੀ। ਵੀ ਜਦੋਂ ਅਸੀਂ ਗੁਰਬਾਣੀ ਗੁਰੂ ਦੇ ਦੱਸੇ ਮਾਰਗ ਦੇ ਉੱਤੇ ਚੱਲਾਂਗੇ, ਜਿਸ ਸ਼ਬਦ ਗੁਰੂ ਦੇ ਨਾਲੋਂ ਅਸੀਂ ਟੁੱਟੇ, ਸਾਡੇ ਮਨ ਦੀ ਲਿਵ ਟੁੱਟੀ, ਸਾਨੂੰ ਪ੍ਰਤੱਖ ਉਹ ਸ਼ਬਦ ਗੁਰੂ ਦੇ ਲਿਜਾ ਕੇ ਸਨਮੁਖ ਖੜ੍ਹਾ ਕਰ ਦੇਣਗੇ, ਸਾਡੀ ਟੁੱਟੀ ਹੋਈ ਜੋੜ ਦੇਣਗੇ। ਮਹਾਰਾਜ ਤਾਂਹੀਓ ਫਰਮਾਉਂਦੇ ਗੁਰਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਵੀ ਸਾਡਾ ਨਿਸਤਾਰਾ ਹੋ ਜਾਣਾ ਜਦੋਂ ਅਸੀਂ ਉਹ ਸ਼ਬਦ ਗੁਰੂ ਦੇ ਨਾਲ ਜੁੜ ਗਏ, ਨਾਮ ਦੇ ਨਾਲ, ਜਿਹਦੇ ਨਾਲੋਂ ਸਾਡੇ ਮਨ ਦੀ ਲਿਵ ਟੁੱਟੀ। ਜੋ ਮਹਾਰਾਜ ਫਰਮਾਉਂਦੇ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਹੌਲੀ ਟੁੱਟੀ ਹੋਈ ਲਿਵ ਸਾਡੀ ਕਿਵੇਂ ਜੁੜੇ, ਉਹਦੇ ਵਾਸਤੇ ਫਿਰ ਆਪਾਂ ਨੂੰ ਸਿਮਰਨ ਅਭਿਆਸ ਦੱਸਦੇ ਵੀ ਜੋ ਸ਼ਬਦ ਹੈ ਉਹ ਸ਼ਬਦ ਉੱਥੇ ਹੈ ਜਿੱਥੇ ਪੌਣ ਪਾਣੀ ਵਸੰਤਰ ਖਤਮ ਹੋ ਜਾਂਦੀ, ਜਿੱਥੇ ਜਿਹੜੀ ਅਸੀਂ ਸੰਸਾਰ ਦੀ ਭਾਸ਼ਾ ਬੋਲਦੇ ਹਾਂ ਭਾਸ਼ਾ ਖਤਮ ਹੋ ਜਾਂਦੀ। ਉਸ ਤੋਂ ਅੱਗੇ ਫਿਰ ਉਹ ਨਾਮ ਹੈ ਜਿਹੜਾ ਉਹ ਨਾਮ ਸ਼ੁਰੂ ਹੁੰਦਾ। ਮਹਾਰਾਜ ਫਰਮਾਉਂਦੇ ਪੌਣ ਪਾਣੀ ਅਗਨੀ ਵਿਸਰਾਓ, ਤਹੀਂ ਨਿਰੰਜਨ ਸਾਚਾ ਨਾਓ। ਹੁਣ ਇਹ ਪੌਣ ਪਾਣੀ ਵਸੰਤਰ ਤੋਂ ਪਾਰ ਹੋਣ ਵਾਸਤੇ, ਇਹਨਾਂ ਵਿਚਾਰਾਂ ਤੋਂ ਫੁਰਨਿਆਂ ਤੋਂ ਮਨ ਨੂੰ ਰਹਿਤ ਕਰਨ ਵਾਸਤੇ ਇਹ ਆਪਾਂ ਸਿਮਰਨ ਅਭਿਆਸ ਕਰਦੇ ਹਾਂ। ਜਦੋਂ ਅਸੀਂ ਸਿਮਰਨ ਕਰਦੇ ਸਹਿਜ ਦੇ ਵਿੱਚ ਸੁੰਨ ਦੇ ਵਿੱਚ ਚਲੇ ਜਾਵਾਂਗੇ, ਵਾਰ-ਵਾਰ ਅਸੀਂ ਸੁੰਨ 'ਚ ਜਾਵਾਂਗੇ। ਸੁੰਨ ਕਹਿੰਦੇ ਜਿਹਨੂੰ ਆਪਾਂ ਨੀਂਦ ਕਹਿੰਦੇ ਹਾਂ, ਵੀ ਵਾਰ-ਵਾਰ ਅਸੀਂ ਸੌਵਾਂਗੇ। ਫਿਰ ਜਦੋਂ ਅਸੀਂ ਸਿਮਰਨ ਕਰਦੇ ਸੁੰਨ 'ਚ ਚਲੇ ਜਾਂਦੇ, ਉਹਨੂੰ ਕਹਿੰਦੇ ਸੁੰਨ ਸਮਾਧੀ 'ਚ ਚਲੇ ਗਏ। ਫਿਰ ਉੱਥੋਂ ਸੁੰਨ ਦੇ ਵਿੱਚੋਂ ਉਹ ਸ਼ਬਦ ਨਾਮ ਪ੍ਰਗਟ ਹੁੰਦਾ ਅਤੇ ਫਿਰ ਅਸੀਂ ਉਹਨੂੰ ਸੁਣਾਂਗੇ। ਮਹਾਰਾਜ ਫਰਮਾਉਂਦੇ ਸੁੰਨ ਸਮਾਧ ਅਨਹਦ ਤਹਿ ਨਾਦ, ਕਹਿਣ ਨਾ ਜਾਈ ਅਚਰਜ ਵਿਸਮਾਤ। ਵੀ ਫਿਰ ਸਾਡੇ ਮਨ ਨੇ ਵਿਸਮਾਦ ਅਵਸਥਾ ਦੇ ਵਿੱਚ ਜਾਣਾ ਜਦੋਂ ਅਸੀਂ ਉਹ ਨਾਮ ਨੂੰ ਨਾਦ ਨੂੰ ਸੁਣਾਂਗੇ। ਅਤੇ ਸੁਣਾਂਗੇ ਤਾਂਹੀਓ ਜਦੋਂ ਵਾਰ-ਵਾਰ ਸੁਣਨ 'ਚ ਜਾਵਾਂਗੇ। ਆਹ ਹੁਣ ਸਿਮਰਨ ਅਭਿਆਸ ਆਪਾਂ ਇਸ ਕਰਕੇ ਕਰਨਾ ਵੀ ਅਸੀਂ ਵਾਰ-ਵਾਰ ਸੁਣਨ 'ਚ ਜਾਈਏ, ਵੀ ਸਾਨੂੰ ਨੀਂਦ ਆ ਜੇ ਸਿਮਰਨ ਕਰਦੇ ਜਦੋਂ ਫਿਰ ਅੱਖ ਖੁੱਲ੍ਹਦੀ ਫਿਰ ਸਿਮਰਨ ਕਰਨਾ, ਫਿਰ ਸੁਣਨ 'ਚ ਜਾਣਾ। ਵਾਰ-ਵਾਰ ਆਪਾਂ ਇਹ ਅਭਿਆਸ ਕਰਨਾ ਹੁੰਦਾ। ਹੁਣ ਆਪਾਂ ਮਨ ਨੂੰ ਵਿਚਾਰਾਂ ਤੋਂ ਰਹਿਤ ਕਰਨ ਵਾਸਤੇ, ਸਹਿਜ ਵਿੱਚ ਜਾਣ ਵਾਸਤੇ ਇਸ ਤਰੀਕੇ ਨਾਲ ਸਿਮਰਨ ਕਰਨਾ ਵੀ ਸਾਨੂੰ ਖੁਮਾਰੀ ਚੜ੍ਹਦੀ ਜਾਵੇ। ਬਈ ਸਰੀਰ ਨੂੰ ਬਿਲਕੁਲ ਢਿੱਲਾ ਛੱਡ ਦੇਣਾ ਆਪਾਂ,
ਜਦੋਂ ਥੋੜ੍ਹਾ ਜਿਹਾ ਸਵਾਸ ਲੰਮਾ ਕਰਕੇ ਆਪਾਂ ਅਭਿਆਸ ਕਰਾਂਗੇ ਸਾਨੂੰ ਖੁਮਾਰੀ ਚੜ੍ਹਦੀ ਜਾਣੀ ਅਤੇ ਥੋੜ੍ਹੇ ਜਿਹੇ ਸਮੇਂ 'ਚ ਹੀ ਆਪਾਂ ਨੂੰ ਨੀਂਦ ਆ ਜਾਣੀ, ਸਾਡੇ ਮਨ ਨੇ ਸੁੰਨ 'ਚ ਚਲਾ ਜਾਣਾ। ਆਓ ਹੁਣ ਇਸ ਤਰੀਕੇ ਨਾਲ ਆਪਾਂ ਅਭਿਆਸ ਕਰਨਾ। ਆਓ ਸਾਰੇ ਗੁਰਮੁਖ ਪਿਆਰੀ ਕਰੋ ਜੀ ਸ਼ੁਰੂ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ ਇਹ ਆਪਾਂ ਸਿਮਰਨ ਕਰਦੇ ਕਰਦੇ ਸੁਣਨ ਦੇ ਵਿੱਚ ਜਾਣਾ ਅਤੇ ਫਿਰ ਉੱਥੋਂ ਸੁਣਨ ਦੀ ਕੋਸ਼ਿਸ਼ ਕਰ। ਜਦੋਂ ਆਪਾਂ ਵਾਰ-ਵਾਰ ਇਸ ਤਰ੍ਹਾਂ ਸੁਣਨ 'ਚ ਜਾਵਾਂਗੇ ਬੈਠਾਂਗੇ ਫਿਰ ਸਾਨੂੰ ਉੱਥੋਂ ਸ਼ਬਦ ਹੈ ਜਿਹੜਾ ਨਾਮ ਜਿਹਨੂੰ ਸ਼ਬਦ ਗੁਰੂ ਕਹਿੰਦੇ ਫਿਰ ਉਹ ਆਪਾਂ ਨੂੰ ਸੁਣਨਾ। ਜੇ ਅਸੀਂ ਇੱਥੇ ਸਮਾ ਵੀ ਜਾਂਦੇ ਫਿਰ ਵੀ ਜਦੋਂ ਅਸੀਂ ਵਾਰ-ਵਾਰ ਅਭਿਆਸ ਕਰਾਂਗੇ ਸੁਣਨ 'ਚ ਜਾ ਕੇ ਸਮਾ ਵੀ ਜਾਵਾਂਗੇ ਫਿਰ ਉੱਥੋਂ ਮਾਲਕ ਸਾਨੂੰ ਆਵਾਜ਼ ਦੇ ਕੇ ਠਾ ਲੈਂਦੇ। ਉਹ ਜਿਹੜੀ ਆਵਾਜ਼ ਦਿੰਦੇ ਪਰਮਾਤਮਾ ਉਹਨੂੰ ਕਹਿੰਦੇ ਅਨਹਦ ਸ਼ਬਦ। ਸ਼ਬਦ ਗੁਰੂ ਸਹਿਜ ਧੁਨ ਨਾਮ ਨਾਦ ਤੂਰ ਫਰਮਾਉਂਦੇ ਨੇ ਧੁਨ ਉਪਜੀ ਸ਼ਬਦ ਜਗਾਇਆ। ਬਈ ਉਹ ਧੁਨ ਪ੍ਰਗਟ ਹੋ ਗਈ, ਸ਼ਬਦ ਪ੍ਰਗਟ ਹੋ ਗਿਆ ਅਤੇ ਫਿਰ ਸਾਡਾ ਮਨ ਜਾਗ ਪੈਂਦਾ, ਫਿਰ ਅਸੀਂ ਉਹਨੂੰ ਸੁਣਨਾ ਸ਼ੁਰੂ ਕਰ ਦਿੰਦੇ। ਫਿਰ ਉੱਥੇ ਆਪਣੀ ਜਿਹੜੀ ਬੋਲਣ ਦੀ ਇਹ ਭਾਸ਼ਾ ਖਤਮ ਹੋ ਜਾਂਦੀ, ਉੱਥੇ ਸਿਰਫ ਅਸੀਂ ਬੈਠ ਕੇ ਸੁਣਨਾ ਹੀ। ਪਰਮਾਤਮਾ ਬੋਲੀ ਜਾ ਰਹੇ, ਆਪਣੇ ਮਨ ਨੇ ਸੁਣੀ ਜਾਣਾ। ਇਹਨੂੰ ਕਹਿੰਦੇ ਭਗਤੀ। ਮਾਰੇ ਫਰਮਾਉਂਦੇ ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਸ ਸੁਣਤਾ। ਬਈ ਪਰਮਾਤਮਾ ਬੋਲ ਰਹੇ ਹੈ ਅਤੇ ਸਾਡੀ ਸੁਰਤੀ ਨੇ ਸੁਣਨਾ, ਅਸੀਂ ਮਨ ਨੇ ਸੁਣਨਾ ਹੈ ਬਸ। ਇਹਨੂੰ ਕਹਿੰਦੇ
ਭਗਤੀ ਸੇਵਾ ਕਰਨੀ। ਗੁਰ ਸੇਵਾ ਵੀ ਗੁਰੂ ਦੀ ਸੇਵਾ ਹੀ ਇਹ ਭਗਤੀ ਹੈ। ਗੁਰ ਸੇਵਾ ਗੁਰ ਭਗਤ ਹੈ, ਬਿਰਲਾ ਪਾਵੇ ਕੋਈ। ਬਈ ਇਹ ਵਿਰਲੇ ਵਿਰਲੇ ਗੁਰਮੁਖ ਉਹਨਾਂ ਦੇ ਹਿੱਸੇ ਆਉਂਦਾ ਜਿਨ੍ਹਾਂ 'ਤੇ ਮਾਲਕ ਕਿਰਪਾ ਕਰਦੇ, ਫਿਰ ਉਹਨਾਂ ਨੂੰ ਆਪਣੀ ਇਹ ਭਗਤੀ ਦੇ ਉੱਤੇ ਲਾਉਂਦੇ। ਅਤੇ ਇਸੇ ਭਗਤੀ ਨੂੰ ਹੀ ਫਿਰ ਬੇਨਤੀ ਕਰਦੇ ਮਹਾਰਾਜ ਵੀ ਸਾਡੇ 'ਤੇ ਕਿਰਪਾ ਕਰੋ, ਸਾਨੂੰ ਆਪਣੀ ਭਗਤੀ 'ਤੇ ਲਾਭ। ਰਮਾਉਂਦੇ ਫਿਰਤ ਫਿਰਤ ਪ੍ਰਭ ਆਇਆ, ਭਰਿਆ ਤੋ ਸ਼ਰਨਾਈ। ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਈ। ਵੀ ਵਾਹਿਗੁਰੂ ਸਾਨੂੰ ਆਪਣੀ ਭਗਤੀ ਬਖਸ਼, ਸਾਡੇ 'ਤੇ ਕਿਰਪਾ ਕਰੋ ਵੀ ਸਾਨੂੰ ਨਾਮ ਦੀ ਦਾਤ ਦੇਵੋ ਅਤੇ ਸਾਨੂੰ ਆਪਦੇ ਚਰਨਾਂ ਦੇ ਨਾਲ ਜੋੜ ਲਓ। ਹੁਣ ਫਿਰ ਇਸੇ ਨਾਮ ਨੂੰ ਹੀ ਪਰਮਾਤਮਾ ਦੇ ਚਰਨ ਕਹਿੰਦੇ। ਜਦੋਂ ਅਸੀਂ ਨਾਮ ਨੂੰ ਸੁਣਾਂਗੇ ਉਦੋਂ ਕਹਿੰਦੇ ਵੀ ਇਹ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜੇ ਹੋਏ। ਚਿੱਤ ਚਰਨ ਨਾਮ, ਵੀ ਪਰਮਾਤਮਾ ਦਾ ਜਿਹੜਾ ਨਾਮ ਹੈ ਉਹੀ ਉਹ ਪਰਮਾਤਮਾ ਦੇ ਚਰਨ ਨੇ, ਅਤੇ ਅਸੀਂ ਆਪਦੇ ਚਿੱਤ ਨੂੰ ਮਨ ਨੂੰ ਉਹਦੇ ਚਰਨਾਂ ਦੇ ਨਾਲ ਜੋੜਨਾ। ਹੁਣ ਇਹ ਚਰਨਾਂ ਦੇ ਨਾਲ ਜੁੜਨ ਵਾਸਤੇ ਇਹ ਆਪਾਂ ਵੱਧ ਤੋਂ ਵੱਧ ਸਿਮਰਨ ਕਰਨਾ। ਕੰਮਕਾਰ ਕਰਦੇ ਬਹਿੰਦੇ ਉੱਠਦੇ ਸਿਮਰਨ ਕਰਦੇ ਰਹਿਣਾ। ਜਦੋਂ ਆਪਾਂ ਦੇਖਿਆ ਵੀ ਵਿਹਲੇ ਹਾਂ ਕੰਮਕਾਰ ਤੋਂ, ਫਿਰ ਆਪਾਂ ਸੁਣਨ ਦੇ ਵਿੱਚ ਚਲੇ ਜਾਣਾ। ਸਿਮਰਨ ਕਰਦੇ ਕਰਦੇ ਇਸ ਤਰ੍ਹਾਂ ਵੀ ਸਾਨੂੰ ਨੀਂਦ ਆ ਜਾਏ, ਅਸੀਂ ਸੁਣਨ 'ਚ ਚਲੇ ਜਾਈਏ। ਫਿਰ ਉਹ ਸੁਣਨ ਦੇ ਵਿੱਚੋਂ ਹੀ ਸਾਨੂੰ ਉਹ ਸ਼ਬਦ ਜਿਹੜੇ ਨੇ ਉਹ ਪ੍ਰਗਟ ਹੁੰਦੇ, ਫਿਰ ਸਾਨੂੰ ਉਹ ਨਾਮ ਸੁਣਾਈ ਦਿੰਦਾ। ਸੋ ਇਸ ਲਈ ਹੁਣ ਇਹ ਆਪਾਂ ਵੱਧ ਤੋਂ ਵੱਧ ਸਿਮਰਨ ਕਰਨਾ। ਗੁਰਬਾਣੀ ਗੁਰੂ ਨੂੰ ਜਦੋਂ ਪੜ੍ਹਦੇ ਹਾਂ ਸਹਿਜ ਦੇ ਨਾਲ ਵਿਚਾਰਨਾ। ਜਦੋਂ ਵਿਚਾਰਾਂਗੇ ਸਾਡੀ ਪਰਮ ਗਤੀ ਹੋ ਜਾਏਗੀ। ਅਤੇ ਵੱਧ ਤੋਂ ਵੱਧ ਹੁਣ ਇਹ ਆਪਾਂ ਸੰਗਤ ਕਰਨੀ। ਜਿੰਨੀ ਆਪਾਂ ਸੰਗਤ ਕਰਾਂਗੇ ਉਨਾ ਹੀ ਆਪਾਂ ਨੂੰ ਲਾਹਾ ਹੈ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਉਸੇ ਗਿਆਨ ਨੂੰ ਹੀ ਆਪਾਂ ਰੋਜ਼ ਦ੍ਰਿੜ ਕਰਦੇ ਹਾਂ ਵੀ ਤਾਂ ਕਿ ਇਸ ਬ੍ਰਹਮ ਦੀ ਵਿਚਾਰ ਨੂੰ ਆਪਾਂ ਸਮਝ ਕੇ ਕਮਾ ਕੇ ਆਪਣੇ ਜੀਵਨ ਦਾ ਜੋ ਲਾਹਾ ਹੈ ਉਹ ਆਪਾਂ ਲਾਹਾ ਖੱਟ ਸਕੀਏ। ਸੋ ਇੰਨੀਆਂ ਬੇਨਤੀਆਂ ਨੇ, ਇੰਨੇ ਵਿਚਾਰ ਕਰਦਿਆਂ ਹੋਏ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।